राधा स्वामी जी, राधा स्वामी जी, राधा स्वामी। हाँ जी बेटे जय। बाणी गुरु ग्रंथ साहिब जी महाराज। राग सूही महला पंजवां घर सतवां। करम धरम पखंड जो दिसै, तेन जाम जगाती लूटे। करम धरम पखंड जो दिसै, तेन जाम जगाती लूटे। निर्वाण कीर्तन गावो करते का, निमख सिमरत जित छूटे। संतो सागर पार उतरिए, जे को बचन कमावे, संतन का सो गुर प्रसादी तरिए। राधा स्वामी जी, राधा स्वामी। सब तो पहला सारी संगत नूं हजूर बाबा जी महाराज जी दे अवतार दिवस दियां करोड़ां करोड़ां मुबारकां होण। बहुत बहुत सब नूं वधाइयां। सतगुर दया किरपा करन जो असी भावनावां शुभ सतगुरां दे चरनां 'च लैके आए हैं सतगुर पूरियां करन। और सब तो वड्डी जिहड़ी बेनती कि अपना प्यार भरोसा अपना विश्वास अपने चरनां दा प्यार बख्शण, जिहदे करके असी हर जगह खुशियां प्राप्त करिए, चाहे इस जहान 'च चाहे दूसरे दे विच किते भी होइए। कभी भी कोई किसी तरह का भै ना मन च होवे। हमेशा ही सतगुर अंग संग रह के सब की संभाल करन। और दूसरी बेनती कि सतगुरां दे जो वचन बार बार दोहराउंदे रहीदा है कि मंगलाचरण बेनती जो पढ़ते हैं बाबा जी का हुक्म सी कि जिथे भी ये मर्यादा पूर्वक पढ़ी जाएगी सत्संग तो पहला बाद उत्थे मेरी हाज़री होगी, वो मैनू मंजूर हो गए। सतगुर दया किरपा करन। पता तो नहीं लगता उस मर्यादा का जां उन्हां दे वचनां दा, आप ही किरपा करके बख्श लैन, जिस तरह के भी है मंजूर कर लैन। लेकिन फिर भी सिख दा एक धर्म है कि हमेशा सतगुरां दे वचनां नूं समझण की कोशिश करता रहे, विचारन की कोशिश करता रहे। बहुत बार असी ये वचन करते भी हाँ, सुनते भी हाँ सतगुरां दे वचन ने, लेकिन फिर भी हमेशा ध्यान देना चाहिए है, विचारना चाहिए है कि सतगुरां दे जो वचन असी सुन रहे हैं, जो असी कह रहे हैं, वो सतगुरां ने किस परथाए फरमाए जां उहदे पिछे की उन्हां दा जिहड़ा सी कहण दा मतलब सी। सतगुरु आप ही दया किरपा करके नाम बख्शते ने, आप ही हुक्म लाउंदे ने कि बई
ਜ਼ਰੂਰੀ ਇਹ ਸਭ ਕੁਛ। ਕਈ ਸਤਸੰਗ ਦੇ ਵਿੱਚ ਉਹਨਾਂ ਨੇ ਬਚਨ ਫਰਮਾਏ ਕਿ ਬਈ ਜਦੋਂ ਤੱਕ ਇਹਨੂੰ ਆਪਣੀ ਪਰਵਾਹ ਨਹੀਂ ਹੈ ਤੇ ਗੁਰੂ ਨੂੰ ਵੀ ਇਹਦੀ ਪਰਵਾਹ ਨਹੀਂ ਹੈ। ਕਈ ਵਾਰ ਮੌਜ ਨਾਲ ਫਰਮਾ ਵੀ ਦਿੱਤਾ ਕਿ ਬਈ ਜੀਵ ਨਿਰਬਲ ਕਿਆ ਕਰੇ ਵਿਚਾਰਾ ਜਬ ਲਗ ਰਾਧਾ स्वामी ਦੇ ਨਾ ਸਹਾਰਾ। ਵਚਨ ਬਹੁਤ ਨੇ, ਲੇਕਿਨ ਜਿਸ ਤਰ੍ਹਾਂ ਹਰ ਕੋਈ ਆਪਣੇ ਆਪਣੇ ਲੋੜ ਅਨੁਸਾਰ ਆਪਣੇ ਆਪਣੇ ਉਸ ਮਤਲਬ ਦੇ ਅਨੁਸਾਰ ਆਪਣੇ ਆਪਣੇ ਵਾਸਤੇ ਕੋਈ ਨਾ ਕੋਈ ਵਚਨ ਫੜ ਲੈਂਦਾ ਹੈ, ਫਿਰ ਉਹਨੂੰ ਫੜ ਕੇ ਅਸੀਂ ਬਾਰ-ਬਾਰ ਦੁਹਰਾਉਂਦੇ ਰਹਿੰਦੇ ਹਾਂ, ਕਰਦੇ ਰਹਿੰਦੇ ਹਾਂ ਉਹਨਾਂ ਨੂੰ, ਪਰ ਪਤਾ ਨਹੀਂ ਹੁੰਦਾ ਕਿ ਵਾਕਈ ਹੀ ਉਹਦੀ ਅਸਲੀਅਤ ਸੱਚਾਈ ਕੀ ਹੈ। ਇਸ ਲਈ ਹਰ ਇੱਕ ਵਚਨ ਜਿਹੜਾ ਹੈ ਸਤਿਗੁਰਾਂ ਦਾ, ਬਾਣੀ ਦਾ, ਉਹਨੂੰ ਅੱਛੀ ਤਰ੍ਹਾਂ ਸੁਣੀਏ ਅਤੇ ਸਤਿਗੁਰਾਂ ਕੋਲੋਂ ਬਲ ਮੰਗੀਏ ਕਿ ਉਹਦਾ ਜੋ ਜਿਸ ਪ੍ਰਥਾਏ ਉਹਨਾਂ ਨੇ ਵਚਨ ਲਿਖਿਆ ਹੈ ਉਹ ਸਾਨੂੰ ਸਮਝ ਲੱਗ ਸਕੇ। ਕਿਉਂਕਿ ਅਸੀਂ ਕੋਈ ਵੀ ਨਾ ਕੋਈ ਸੇਵਾ ਕਰ ਸਕਦੇ ਹਾਂ, ਨਾ ਕੋਈ ਸੇਵਾ ਦੇ ਲਾਇਕ ਹੀ ਹੈ। ਅਸੀਂ ਸਾਰੇ ਉਹਨਾਂ ਦੇ ਸੇਵਾਦਾਰ ਹਾਂ। ਉਹਨਾਂ ਦੇ ਜਿਸ ਤਰ੍ਹਾਂ ਮਰਾਸੀ ਕਹਿ ਲਈਏ, ਕੁੱਕਰ ਕਹਿ ਲਈਏ, ਉਸ ਉਹਨਾਂ ਦੀ ਸੇਵਾ ਲੈ ਰਹੇ ਨੇ, ਆਪ ਹੀ ਉਹ ਲੈ ਰਹੇ ਨੇ। ਕੁਛ ਵੀ ਇੱਥੇ ਕਹਿਣਾ ਉਹ ਚੀਜ਼ ਕੋਈ ਹੈ ਨਹੀਂ ਹੈ ਕਿ ਕੋਈ ਬਲ ਨਹੀਂ ਇਸ ਤਰ੍ਹਾਂ ਦਾ। ਇੱਕ ਵਾਰ ਦੱਸਦੇ ਨੇ ਕਿ ਤਰਨ ਤਾਰਨ ਬਾਬਾ ਜੀ ਦੀ ਗੱਲ ਸੀ, ਦੂਸਰੀ ਪਾਤਸ਼ਾਹੀ ਦੀ, ਅਤੇ ਕਹਿੰਦੇ ਕਿ ਉਹ ਕੋਈ ਵਚਨ ਸਤਸੰਗ ਦੇ ਵਿੱਚ ਫਰਮਾ ਰਹੇ ਸੀ। ਪਾਠੀ ਨੇ ਪਾਠ ਕੀਤਾ ਅਤੇ ਸਤਿਗੁਰ ਸਤਸੰਗ ਦੇ ਵਚਨ ਜੋ ਫਰਮਾ ਰਹੇ ਸੀ, ਅਤੇ ਜਦੋਂ ਉਹਨਾਂ ਨੇ ਦੁਬਾਰਾ ਦੂਸਰਾ ਵਚਨ ਕੋਈ ਬਾਣੀ ਦਾ ਲਿਆ ਅਤੇ ਉਹ ਥੋੜ੍ਹੀ ਦੇਰ ਵਾਸਤੇ ਜਿਸ ਤਰ੍ਹਾਂ ਅੰਤਰ ਧਿਆਨ ਹੋ ਗਏ ਅਤੇ ਕੋਈ ਵੀ ਵਚਨ ਨਹੀਂ ਅੱਗੇ ਕੋਈ ਕੀਤਾ। ਔਰ ਕੁਝ ਟਾਈਮ ਬਾਅਦ ਫਿਰ ਦੁਬਾਰਾ ਨੇਤਰ ਖੋਲ੍ਹੇ ਅਤੇ ਖੋਲ੍ਹ ਕੇ ਅਤੇ ਫਿਰ ਅੱਗੇ ਸਤਸੰਗ ਕਰਨਾ ਸ਼ੁਰੂ ਕਰ ਦਿੱਤਾ। ਫਿਰ ਕਿਸੇ ਟਾਈਮ 'ਤੇ ਕੋਈ ਸੇਵਾਦਾਰ ਨੇ ਪੁੱਛਿਆ ਕਿ ਬਾਬਾ ਜੀ ਕੀ ਮੌਤ ਸੀ, ਮਤਲਬ ਕੀ ਗੱਲ ਸੀ ਕਿ ਤੁਸੀਂ ਸਤਸੰਗ ਦੇ ਵਿੱਚ ਰੁਕ ਕਿਉਂ ਗਏ ਸੀ ਥੋੜ੍ਹੀ ਦੇਰ। ਹੁਣ ਮਨ ਤਾਂ ਬਹੁਤ ਕੁਝ ਸੋਚਦਾ ਹੈ। ਮਨ ਬੜੀਆਂ ਚਲਾਕੀਆਂ ਕਰਦਾ ਹੈ, ਚਤੁਰਾਈਆਂ ਕਰਦਾ ਹੈ, ਆਪਣੇ ਆਪ ਨੂੰ ਬਹੁਤ ਹੀ ਵੱਡਾ ਸਮਝਦਾ ਹੈ ਅਤੇ ਗੁਰੂ ਨੂੰ ਤਾਂ ਸਮਝਦਾ ਹੈ ਕਿ ਸ਼ਾਇਦ ਨਹੀਂ, ਕੁਛ ਵੀ ਨਹੀਂ ਪਤਾ। ਚਤੁਰਾਈਆਂ ਚਲਾਕੀਆਂ ਜਿਹੜੀਆਂ ਨੇ ਸਾਡੇ ਰੋਮ ਦੇ ਵਿੱਚ ਜਿਹੜੀਆਂ ਵਸੀਆਂ ਪਈਆਂ ਨੇ। ਹੋ ਸਕਦਾ ਹੈ ਮਨ 'ਚ ਆਇਆ ਹੋਵੇ ਕਿ ਸ਼ਾਇਦ ਸਤਸੰਗ ਕਰਦਿਆਂ ਉਹਨਾਂ ਨੂੰ ਸਮਝ ਨਹੀਂ ਲੱਗੀ ਵਚਨ ਦੀ, ਕੀ ਵਚਨ ਨੇ ਜਾਂ ਕੀ ਅੱਗੇ ਇਹਦੀ ਵਿਆਖਿਆ ਜਾਂ ਕੀ ਇਹਦਾ ਅੱਗੇ ਕਹਿਣਾ ਹੈ, ਇਸ ਕਰਕੇ ਸ਼ਾਇਦ ਚੁੱਪ ਕਰ ਗਏ ਨੇ। ਚਤੁਰਾਈ ਪੇਸ਼ ਕੀਤੀ, ਸਤਿਗੁਰ ਫਰਮਾਉਣ ਲੱਗੇ ਵੀ ਉਹਨਾਂ ਦੀ ਰਮਜ਼ਾਂ ਅਸੀਂ ਨਹੀਂ ਜਾਣ ਸਕਦੇ। ਸਤਿਗੁਰ ਫਰਮਾਉਣ ਲੱਗੇ ਕਿ ਬਈ ਉਹ ਜਿਹੜਾ ਬਾਣੀ ਦਾ ਬਚਨ ਜਿਹੜਾ ਸਤਿਗੁਰਾਂ ਨੇ ਫਰਮਾਇਆ ਸੀ ਨਾ, ਮੈਂ ਉਹਨਾਂ ਨੂੰ ਪੁੱਛਣ ਵਾਸਤੇ ਗਿਆ ਸੀ ਜਿਨ੍ਹਾਂ ਦਾ ਬਚਨ ਸੀ ਕਿ ਬਈ ਤੁਸੀਂ ਕਿਸ ਪ੍ਰਥਾਏ ਲਿਖਿਆ ਹੈ। ਕਿਉਂਕਿ ਸਤਸੰਗ ਇਕੱਲਾ ਗੱਲਾਂ ਬਾਤਾਂ ਦੀ ਨਹੀਂ ਹੈ, ਖੇਡੇਗੀ ਕੋਈ। ਸਤਿਗੁਰਾਂ ਨੇ ਫਰਮਾਉਣਾ ਸਤਸੰਗ ਕੀਤਾ ਨਹੀਂ ਜਾਂਦਾ, ਨਾਜ਼ਲ ਹੁੰਦਾ ਹੈ। ਆਪ ਹੀ ਦਇਆ ਕਿਰਪਾ ਕਰਨ ਅਤੇ ਸਮਝ ਬਖਸ਼ ਦੇਣ, ਉਸ ਚੀਜ਼ ਦੀ ਵਿਚਾਰ ਬਖਸ਼ ਦੇਣ, ਨਹੀਂ ਤਾਂ ਕੋਈ ਵੀ ਸਮਝਣ ਵਾਲੀ ਕੋਈ ਹੈ ਨਹੀਂ, ਗੱਲ ਨਹੀਂ ਹੈਗੀ, ਸਮਝ ਨਹੀਂ ਆਉਂਦੀ। ਸੁਣਦੇ ਹਾਂ ਅਸੀਂ ਕੀਰਤਨ, ਸੁਣਦੇ ਹਾਂ ਸਤਸੰਗ, ਸੁਣਦੇ ਹਾਂ ਬਾਣੀ, ਪੜ੍ਹਦੇ ਹਾਂ, ਗਾਉਂਦੇ ਹਾਂ, ਸਭ ਕੁਛ ਹੀ, ਪਰ ਹਾਲਤ ਨਹੀਂ ਬਦਲਦੀ ਕਿ ਵਜ੍ਹਾ ਕੀ ਹੈ। ਕੁਛ ਨਾ ਕੁਛ ਤਾਂ ਕਾਰਨ ਹੋਏਗਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਾਬਣ ਲੱਗੇ ਕੱਪੜੇ ਨੂੰ, ਪਾਣੀ ਲੱਗੇ, ਬਾਰ-ਬਾਰ ਲੱਗੇ, ਮੈਲ ਨਾ ਲੱਥੇ। ਕੁਛ ਨਾ ਕੁਛ ਵਿੱਚ ਪੜਦਾ ਹੈਗਾ ਹੈ। ਸਤਿਗੁਰੂ ਦੀ ਦਇਆ ਕਿਰਪਾ ਕਰਕੇ ਉਹ ਸਮਝ 'ਚ ਪਾ ਦੇਣ ਅਤੇ ਬਈ ਗੱਲ ਬਣ ਜਾਵੇ। ਨਹੀਂ ਤਾਂ ਦੇਖ ਲਈਏ ਕੋਈ ਇੱਕ ਦੀ ਗੱਲ ਨਹੀਂ ਕੀਤੀ। ਸਵਾਮੀ ਜੀ ਦੇ ਬਚਨ ਰਾਤੀ ਵੀ ਅਸੀਂ ਯਾਦ ਕਰ ਰਹੇ, ਉਹਨਾਂ ਨੇ ਫਰਮਾਇਆ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਹੁਣ ਜਿਹੜੀ ਗੁਰ ਭਗਤੀ ਪੂਰੇ ਦੀ ਗੱਲ ਆਈ ਏ, ਬਈ ਸਮਝਣਾ ਪੈਣਾ ਹੈ ਕਿ ਸਤਿਗੁਰ ਕਿਹੜੀ ਪੂਰੀ ਗੁਰ ਭਗਤੀ ਦੀ ਗੱਲ ਕਰ ਰਹੇ ਹੈ। ਕਿਹੜੀ ਐਸੀ ਭਗਤੀ ਏ ਕਿ ਜਿਹਦੇ ਨਾਲ ਸਾਡੀਆਂ ਇਹ ਜਿਹੜੀਆਂ ਕਾਲ ਦੀਆਂ ਜੰਜੀਰਾਂ ਟੁੱਟਣੀਆਂ ਨੇ, ਕਿਹਦੇ ਨਾਲ ਅਸੀਂ ਉਹ ਕਿਹੜੀ ਭਗਤੀ ਦੇ ਨਾਲ ਸਾਨੂੰ ਮੁਕਤ ਪਦਾਰਥ ਜਿਹੜਾ ਮਿਲਣਾ ਹੈ, ਇਸ ਜਹਾਨ ਤੋਂ ਛੁੱਟ ਕੇ ਆਪਣੇ ਅਸਲੀ ਘਰ ਦੇ ਵਿੱਚ ਜਾਣਾ ਹੈ, ਉਹ ਕਿਹੜੀ ਭਗਤੀ ਹੈ। ਹਜ਼ੂਰ ਦੇ ਬਚਨ ਸਭ ਨੇ ਸੁਣਿਆ ਕਿ ਉਹਨਾਂ ਨੇ ਫਰਮਾਇਆ ਭਗਤੀ ਤੇ ਸਾਰਾ ਸੰਸਾਰ ਹੀ ਕਰਦਾ ਹੈ, ਸਾਰਾ ਸੰਸਾਰ ਹੀ ਭਗਤੀ ਕਰ ਰਿਹਾ ਹੈ। ਲੇਕਿਨ ਕੀ ਕੋਈ ਸੁਖੀ ਵੀ ਹੈ ਇੱਥੇ? ਨਹੀਂ। ਹਰ ਇੱਕ ਨੂੰ ਕਹਿੰਦੇ ਏਕ ਏਕ ਦੁਖਨ ਸਭੀ ਕੋ,
ਸਾਰਿਆਂ ਨੂੰ ਹੀ ਕੋਈ ਨਾ ਕੋਈ ਦੁੱਖ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਕੜਿਆ ਪਿਆ ਹੈ। ਇਸ ਲਈ ਜੋ ਵੀ ਸਤਿਗੁਰਾਂ ਦੇ ਵਚਨ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਣਾ ਹੈ, ਕਿਉਂਕਿ ਟਾਈਮ ਠੀਕ ਹੈ ਸਾਡੇ ਕੋਲ ਉਹਨਾਂ ਨਾਲ ਹੁੰਦਾ ਹੈ ਕਿ ਹਰ ਚੀਜ਼ ਜਿਹੜੀ ਹੈ ਸਿਸਟਮ ਵਾਈਜ਼ ਕਰਨੀ ਹੁੰਦੀ ਹੈ, ਲੇਕਿਨ ਬਈ ਇਸ ਤੋਂ ਸਤਸੰਗ ਤੋਂ ਵੱਡੀ ਕੋਈ ਹੋਰ ਕੋਈ ਜ਼ਰੂਰੀ ਚੀਜ਼ ਹੀ ਨਹੀਂ ਹੈ। ਇਸੇ ਵਾਸਤੇ ਹੀ ਅਸੀਂ ਇਕੱਠੇ ਹੁੰਦੇ ਹਾਂ, ਸਤਿਗੁਰਾਂ ਦੇ ਬਚਨਾਂ ਨੂੰ ਸ਼ਰਵਣ ਕਰਨ ਵਾਸਤੇ, ਉਹਨਾਂ ਦੇ ਬਚਨਾਂ ਦਾ ਪ੍ਰਸ਼ਾਦ ਲੈਣ ਵਾਸਤੇ। ਸਤਿਗੁਰ ਦਇਆ ਕਿਰਪਾ ਕਰਨ, ਉਹ ਵਿਚਾਰ ਉਹ ਸਮਝ ਸਾਨੂੰ ਬਖਸ਼ਣ ਸਭ ਨੂੰ। ਉਹ ਵਚਨ ਆਏ ਨੇ, ਕਰਮ ਧਰਮ ਪਖੰਡ ਜੋ ਦਿਸੇ, ਤਿੰਨ ਜਮ ਜਗਾਤੀ ਲੁੱਟੇ। ਹੁਣ ਬੜੇ ਬਚਨ ਸਖਤ ਨੇ, ਹੋ ਸਕਦਾ ਕਈ ਵਾਰ ਸਾਨੂੰ ਅੱਛੇ ਵੀ ਨਹੀਂ ਲੱਗਦੇ ਕੁਝ ਚੀਜ਼ਾਂ ਐਸੀਆਂ, ਪਰ ਬਈ ਸੱਚ ਤੇ ਉਹਨਾਂ ਨੇ ਆਪ ਹੀ ਸੰਤੀ ਕਹਿ ਸਕਦੇ ਆ, ਹੋਰ ਤਾਂ ਕੋਈ ਕਹਿ ਨਹੀਂ ਸਕਦਾ। ਉਹ ਕਿਸੇ ਦੀ ਵੀ ਕੋਈ ਲਿਹਾਜ਼ ਨਹੀਂ ਕਰਦੇ, ਸਭ ਦੀ ਹੀ ਗੱਲ ਜਿਹੜੀ ਉਹ ਕਰਦੇ ਨੇ। ਉਹਨੇ ਫਰਮਾਇਆ ਕਿ ਕਰਮ ਧਰਮ ਪਖੰਡ ਜੋ ਦਿਸੇ, ਕਹਿੰਦੇ ਜੋ ਕੁਛ ਵੀ ਅਸੀਂ ਕਰਦੇ ਹਾਂ, ਬੜੇ ਬੜੇ ਹਰ ਇੱਕ ਕੋਈ ਕਰਮ ਕਰਦਾ ਹੈ ਆਪਣੇ ਵੱਲੋਂ ਉਸ ਪਰਮਾਤਮਾ ਨੂੰ ਪਾਉਣ ਵਾਸਤੇ, ਉਹਦੀ ਖੁਸ਼ੀ ਵਾਸਤੇ। ਕੋਈ ਦੀਵੇ ਜਗਾਉਂਦਾ ਹੈ, ਕੋਈ ਅਗਰਬੱਤੀਆਂ, ਕੋਈ ਧੂਫ, ਕੋਈ ਫੁੱਲ ਭੇਟ ਕਰਦਾ ਹੈ, ਕੋਈ ਜਲ ਭੇਟ ਕਰਦਾ ਹੈ, ਕੋਈ ਕੁਛ ਕਰਦਾ ਹੈ, ਬਹੁਤ ਕੁਛ ਹੈ। ਬੜੇ ਕਰਮ ਜਿਹੜੇ ਹੈਗੇ ਨੇ, ਪਰ ਸਤਿਗੁਰਾਂ ਨੇ ਨਾਲ ਧਰਮ ਦੇ ਵਿੱਚ ਦੱਸਿਆ ਕਿ ਜਿਹੜੇ ਅਸੀਂ ਕਰਮ ਕਰਦੇ ਹਾਂ, ਪਰ ਨਾਲ ਉਹਨਾਂ ਨੇ ਇੱਕ ਜਗ੍ਹਾ ਕਹਿ ਦਿੱਤਾ ਪਖੰਡ ਜੋ ਦਿਸੇ। ਕਿਉਂਕਿ ਜਿਹੜੀ ਸਤਿਗੁਰਾਂ ਨੇ ਸਿਮਰਨ ਦੀ ਗੱਲ ਕੀਤੀ, ਭਜਨ ਦੀ ਗੱਲ ਕੀਤੀ, ਉਹ ਸ਼ਬਦ ਅਭਿਆਸ ਦੀ ਗੱਲ ਕੀਤੀ, ਉਹ ਤਾਂ ਬਾਹਰੋਂ ਨਹੀਂ ਪਤਾ ਚੱਲੇਗਾ। ਹੁਣ ਅਸੀਂ ਬਾਹਰੋਂ ਮੱਥਾ ਟੇਕਦੇ ਹਾਂ, ਸਾਰਿਆਂ ਨੂੰ ਦਿਸਦਾ ਹੈ ਕਿ ਮੱਥਾ ਟੇਕਿਆ ਹੈ। ਪ੍ਰਸ਼ਾਦ ਲੈਂਦੇ ਹਾਂ ਝੋਲੀ ਫੈਲਾ ਕੇ, ਸਭ ਨੂੰ ਪਤਾ ਲੱਗਦਾ ਹੈ ਕਿ ਪ੍ਰਸ਼ਾਦ ਲਿਆ ਹੈ। ਕਿਸੇ ਤੀਰਥ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ, ਸਭ ਨੂੰ ਪਤਾ ਲੱਗਦਾ ਹੈ ਕਿ ਇਸ਼ਨਾਨ ਕੀਤਾ ਹੈ। ਕਿਸੇ ਗੁਰਦੁਆਰੇ 'ਚ ਕਿਸੇ ਧਾਰਮਿਕ ਸਥਾਨ 'ਤੇ ਪਰਿਕਰਮਾ ਕਰਦੇ ਹਾਂ, ਬਾਹਰੋਂ ਦਿਸ ਰਹੀ ਹੈ, ਪਰ ਅੰਦਰ ਦੀ ਹਾਲਤ ਜਿਹੜੀ ਹੈ ਉਹ ਤਾਂ ਕਿਸੇ ਨੂੰ ਨਹੀਂ ਪਤਾ। ਮਾਲਾ ਤਾਂ ਫਿਰਦੀ ਸਭ ਨੂੰ ਦਿਸ ਰਹੀ ਹੈ, ਪਰ ਜਿਹੜਾ ਮਨ ਦਾ ਮਣਕਾ ਜਿਹੜਾ ਉਹ ਵੀ ਫਿਰਿਆ ਕਿ ਨਹੀਂ, ਇਹ ਨਹੀਂ ਪਤਾ ਲੱਗਦਾ। ਲੇਕਿਨ ਸਤਿਗੁਰਾਂ ਨੇ ਸਾਫ਼ ਹੀ ਕਰ ਦਿੱਤਾ ਕਿ ਜੋ ਵੀ ਬਾਹਰ ਇਹ ਦਿਸ ਰਿਹਾ ਹੈ, ਜੋ ਅਸੀਂ ਬਾਹਰਲੇ ਕਰਮ ਕਰਦੇ ਹਾਂ, ਬਾਰ-ਬਾਰ ਦੀ ਗੱਲ ਕਰ ਰਹੇ ਹਾਂ। ਕਿਉਂਕਿ ਸਤਿਗੁਰਾਂ ਨੇ ਫਰਮਾਉਣਾ ਕਿ ਜੋ ਕੁਛ ਹੈ ਸੋ ਘਟ ਮਾਹੀ, ਬਾਹਰ ਢੋਲੇ ਸੋ ਪਰਮ ਭੁਲਾਹੀ। ਬਾਹਰ ਜੋ ਵੀ ਕੁਛ ਹੈ ਭਰਮ ਹੀ ਭਰਮ ਹੈ, ਲੇਕਿਨ ਮੰਨਣ 'ਚ ਨਹੀਂ ਆਉਂਦਾ। ਮੈਂ ਹਮੇਸ਼ਾ ਕਹਿੰਦਾ ਹੈ ਕਿ ਸਤਿਗੁਰਾਂ ਦੇ ਬਚਨ ਨਹੀਂ, ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਮੈਂ ਪਹਿਲਾਂ ਹੀ ਦੱਸਿਆ ਕਿ ਅਸੀਂ ਕੋਈ ਵਿਦਵਾਨ ਨਹੀਂ, ਨਾ ਕੋਈ ਅਸੀਂ ਕੋਈ ਸੰਤ ਮਹਾਤਮਾ, ਨਾ ਕਿਸੇ ਤਰ੍ਹਾਂ ਦੀ ਵੀ ਕੋਈ ਅਸੀਂ ਕਹੀਏ ਕੋਈ ਬਲ ਨਹੀਂ। ਉਹਨਾਂ ਸੇਵਾਦਾਰ, ਉਹਨਾਂ ਨੇ ਜੋ ਸੇਵਾ ਬਖਸ਼ੀ ਆਪ ਹੀ ਦਿਆ ਕਰਕੇ ਲੈਂਦੇ ਨੇ। ਬਾਹਰਲੇ ਜਿਹੜੀ ਅਸੀਂ ਕੋਈ ਗੱਲ ਕਰਦੇ ਹਾਂ, ਜੋ ਵੀ ਸਤਿਗੁਰਾਂ ਨੇ ਬਹੁਤ ਵਾਰ ਵਚਨ ਖੋਲ੍ਹ ਕੇ ਫਰਮਾਏ, ਪਰ ਸਮਝ 'ਚ ਨਹੀਂ ਆਉਂਦੀ। ਬੜੇ ਵਚਨ ਨੇ ਉਹਨਾਂ ਦੇ, ਸਤਸੰਗ ਅੱਜ ਵੀ ਸਾਰੇ ਮੌਜੂਦ ਨੇ। ਸੁਣੀਏ, ਬਾਰ-ਬਾਰ ਸੁਣੀਏ, ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਕੀ ਸਮਝਾ ਕੇ ਰਿਹਾ ਹੈ। ਅਸੀਂ ਰਾਧਾ ਸੁਆਮੀ ਬੁਲਾਉਂਦੇ ਹਾਂ, ਕੋਈ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ, ਕੋਈ ਨਮਸਕਾਰ ਨਮਸਤੇ ਬੁਲਾਉਂਦਾ ਹੈ, ਸਭ ਕੁਛ ਜਿਹੜੇ ਨੇ ਠੀਕ ਉਸ ਮਾਲਕ ਦੀ ਸ਼ੋਭਾ ਜਾਂ ਉਹਨੂੰ ਯਾਦ ਕਰਨ ਵਾਸਤੇ ਨੇ। ਪਰ ਇਹਨਾਂ ਕਰਮਾਂ ਕਰਕੇ ਅਸੀਂ ਛੁੱਟ ਨਹੀਂ ਸਕਦੇ। ਇਹ ਉਹਨਾਂ ਨੇ ਫਰਮਾ ਦਿੱਤਾ ਕਿ ਤਿੰਨ ਜਮ ਜੁਗਾਤੀ ਲੁੱਟੇ। ਜੁਗਾਤੀ ਕਹਿੰਦੇ ਜਿਹੜੇ ਟੈਕਸ ਲੈਂਦੇ ਸੀ ਪਹਿਲੇ ਜਿਹੜੇ ਜ਼ਮਾਨੇ ਦੇ ਵਿੱਚ, ਉਹਨਾਂ ਨੂੰ ਜੁਗਾਤੀ ਕਹਿੰਦੇ ਸੀ ਕਿ ਜਿਸ ਤਰ੍ਹਾਂ ਜੋ ਟੈਕਸ ਇਕੱਠਾ ਕਰਦੇ ਸੀ। ਹੁਣ ਜਿਹੜਾ ਇੱਥੋਂ ਜੋ ਵੀ ਅਸੀਂ ਸ਼ੁਭ ਕਰਮ ਇਸ ਤਰ੍ਹਾਂ ਕਰਦੇ ਹਾਂ, ਧਰਮ ਕਰਮ ਕਰਦੇ ਹਾਂ, ਬਹੁਤੇ ਜਿਹੜੇ ਨੇ ਜਿਹੜੇ ਦਿਖਾਵੇ ਵਾਲੇ, ਜਿਹਨਾਂ ਨੂੰ ਅਸੀਂ ਪਖੰਡ ਕਹਿ ਦਿੰਦੇ ਹਾਂ, ਬਾਹਰੋਂ ਬਾਹਰ ਵਾਲੇ, ਉਹ ਸਾਰੇ ਹੀ ਕਹਿੰਦੇ ਰਸਤੇ 'ਚ ਲੁੱਟੇ ਜਾਂਦੇ ਨੇ, ਪਹੁੰਚਦੇ ਨਹੀਂ ਉੱਥੋਂ ਤੱਕ। ਜਦੋਂ ਉੱਥੇ ਪਹੁੰਚੇ ਹੀ ਨਹੀਂ ਤੇ ਕਿਸ ਤਰ੍ਹਾਂ ਉਹ ਚੀਜ਼ ਮਨਜ਼ੂਰ ਹੋਏਗੀ, ਕਿਸ ਤਰ੍ਹਾਂ ਅਸੀਂ ਛੁੱਟਾਂਗੇ। ਇਸ ਲਈ ਬੜਾ ਧਿਆਨ ਦਈਏ ਇਸ ਚੀਜ਼ ਵੱਲ। ਸਤਿਗੁਰ ਬਾਹਰ ਨਹੀਂ ਹੈ ਕਿਤੇ, ਉਹ ਸਾਡੇ ਅੰਦਰ ਨੇ। ਹਜ਼ੂਰ ਦੇ ਬਚਨ ਮੈਂ ਕਈ ਵਾਰ ਦੱਸਦਾ ਰਹਿੰਦਾ ਹੈ ਕਿ ਉਹਨਾਂ ਦੇ ਜੋ ਬਚਨ ਸੀ ਕਿ ਠੀਕ ਹੈ ਸਭ ਕੁਛ ਹੀ ਸਤਿਗੁਰਾਂ ਦਾ ਪੂਜਨਯੋਗ ਹੈ, ਪਰ ਇਹ ਜਿਹੜੇ ਬਚਨ ਨੇ ਇਹ ਕਿਹਨਾਂ ਦੇ ਨੇ। ਹੁਣ ਕਈ ਵਾਰ ਸਤਸੰਗ 'ਚ ਫਰਮਾਇਆ ਕਿ ਗ੍ਰੰਥਾਂ ਨੂੰ ਸੋਨੇ 'ਚ ਮੜ੍ਹ ਦੇਣਾ
ਉਹਨਾਂ ਨੂੰ ਬੜੇ ਹੀ ਅੱਛੇ ਉਹਨਾਂ ਨੂੰ ਰੁਮਾਲੇ ਭੇਟ ਕਰਨੇ ਜਾਂ ਉਹਨਾਂ ਨੂੰ ਸਿਰ 'ਤੇ ਚੁੱਕ ਕੇ ਲਈ ਫਿਰਨਾ, ਇਹ ਉਹਦਾ ਸੱਚਾ ਆਦਰ ਨਹੀਂ ਹੈ। ਸੱਚਾ ਆਦਰ ਕੀ ਹੈ ਕਿ ਉਹਨਾਂ ਦੇ ਬਚਨਾਂ ਦੀ ਸਮਝ ਲੱਗ ਜਾਵੇ, ਅਸੀਂ ਉਹਨਾਂ ਨੂੰ ਮੰਨ ਲਈਏ। ਜੇ ਨਹੀਂ ਉਹਨਾਂ ਨੂੰ ਮੰਨਿਆ ਜਾਂਦਾ ਤਾਂ ਬਾਹਰਲੇ ਜਿਹੜੇ ਫਿਰ ਇਹ ਕਰਮ ਜਿਹੜੇ ਨੇ ਇਹ ਸਾਰੇ ਉਹਨਾਂ ਨੇ ਦੱਸ ਦਿੱਤੇ ਨੇ ਕਿ ਇਹ ਰਸਤੇ 'ਚ ਹੀ ਲੁੱਟੇ ਜਾਂਦੇ ਨੇ, ਇਹ ਸ਼ੁਭ ਕਰਮ ਜਿੰਨੇ ਵੀ। ਲੇਕਿਨ ਅਸੀਂ ਇਹਨਾਂ ਦੇ ਵਿੱਚ ਹੀ ਫਸੇ ਰਹਿੰਦੇ ਹਾਂ। ਕੋਈ ਵੀ ਹੋਵੇ, ਹਰ ਇੱਕ ਧਰਮ ਦੇ ਵਿੱਚ ਦੇਖ ਲਈਏ, ਹਰ ਇੱਕ ਰਸਤੇ 'ਤੇ ਦੇਖ ਲਈਏ, ਚਲੋ ਅਸੀਂ ਕਿਸੇ ਦੀ ਬਾਹਰ ਦੀ ਕੀ ਗੱਲ ਕਰਨੀ ਹੈ, ਅਸੀਂ ਆਪਣੀ ਹੀ ਗੱਲ ਕਰੀਏ, ਆਪਣੇ ਹੀ ਤੱਕ ਦੇਖੀਏ। ਗੁਰੂ ਮਹਾਰਾਜ ਜੀ ਨੇ ਇੱਕ ਸਾਸੰਗ ਦੇ ਵਿੱਚ ਵਚਨ ਫਰਮਾਏ ਸੀ ਕਿ ਰਾਧਾ ਸੁਆਮੀ ਮੱਤ ਦੇ ਵਿੱਚ ਸੁਆਮੀ ਜੀ ਮਹਾਰਾਜ ਨੇ ਬੜਾ ਖੋਲ੍ਹ ਕੇ ਹਰ ਕੋਈ ਚੀਜ਼ ਜਿਹੜੀ ਸੀ ਕਲੀਅਰ ਕੀਤੀ। ਕੁਝ ਸਮਾਂ ਸੀ ਪਹਿਲਾਂ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਉਹ ਨਹੀਂ ਸੀ ਕਹਿ ਸਕਦੇ, ਕਈ ਤਰ੍ਹਾਂ ਦੇ ਜਿਹੜੇ ਬੰਧਨ ਸੀ ਲੁਕਾ ਛੁਪਾ ਕੇ ਉਹ ਭੇਜ ਦਿੱਤਾ ਜਾਂਦਾ ਸੀ। ਲੇਕਿਨ ਸੁਆਮੀ ਜੀ ਨੇ ਬੜਾ ਖੋਲ੍ਹ ਕੇ, ਉਹ ਸਮਾਂ ਐਸਾ ਸੀ ਕਿ ਕੋਈ ਬੰਧਨ ਨਹੀਂ ਸੀ ਇਸ ਤਰ੍ਹਾਂ ਦਾ, ਬੜਾ ਖੋਲ੍ਹ ਕੇ ਹਰ ਤਰ੍ਹਾਂ ਦਾ ਪ੍ਰਚਾਰ ਕੀਤਾ। ਉਹਨਾਂ ਬੰਧਨਾਂ 'ਚੋਂ ਸਾਨੂੰ ਕੱਢਣ ਦੀ ਕੋਸ਼ਿਸ਼ ਕਰਦੇ ਰਹੇ। ਔਰ ਸਤਿਗੁਰਾਂ ਨੇ ਸਾਫ਼ ਹੀ ਫਰਮਾਇਆ ਕਿ ਉਹਨਾਂ ਦੇ ਦੇਹ ਉਲਾ ਕਰਨ ਤੋਂ ਬਾਅਦ, ਕਿਉਂਕਿ ਕਾਲ ਦਾ ਜ਼ੋਰ ਉਦੋਂ ਹੀ ਜ਼ਿਆਦਾ ਪੈਂਦਾ ਹੈ, ਜ਼ੋਰ ਤਾਂ ਹਮੇਸ਼ਾ ਹੀ ਉਹਦਾ ਹੁੰਦਾ ਹੈ, ਪਰ ਉਸ ਟਾਈਮ ਦੇ ਉੱਤੇ ਜਿਹੜੀ ਸਾਡੀ ਥੋੜ੍ਹੀ ਬਹੁਤੀ ਵੀ ਉਹ ਚੀਜ਼ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਕਿਉਂਕਿ ਅਸੀਂ ਦੇਹ ਨੂੰ ਗੁਰੂ ਮੰਨਿਆ ਹੁੰਦਾ ਹੈ। ਲੇਕਿਨ ਉਹਨਾਂ ਨੇ ਬਾਰ-ਬਾਰ ਫਰਮਾਇਆ ਕਿ ਬਈ ਗੁਰੂ ਨਾ ਮਰਦਾ ਹੈ ਨਾ ਜੰਮਦਾ ਹੈ, ਨਾ ਗੁਰੂ ਆਉਂਦਾ ਹੈ ਨਾ ਜਾਂਦਾ ਹੈ। ਉਹ ਗੁਰੂ ਕਿਹੜੇ, ਉਹ ਕਿਹਨੂੰ ਕਿਹਾ ਹੈ? ਦੇਹ ਤਾਂ ਹਰ ਇੱਕ ਦੀ ਇੱਥੇ ਰਹਿ ਜਾਂਦੀ ਹੈ। ਬਚਨ ਸੁਣੇ ਆ ਸਭ ਨੇ ਅਸੀਂ, ਜੇ ਸੁਣੇ ਆ ਤਾਂ ਫਿਰ ਉਹ ਗੁਰੂ ਕਿਹਨੂੰ ਕਿਹਾ ਹੈ? ਉਹ ਗੁਰੂ ਕਿਸ ਤਾਕਤ ਦਾ ਨਾਮ ਹੈ? ਠੀਕ ਹੈ, ਉਹ ਸਾਡੇ ਵਰਗੇ ਬਣ ਕੇ ਸਾਨੂੰ ਜੋ ਅਸੀਂ ਭਾਸ਼ਾ ਸਮਝਦੇ ਹਾਂ ਉਹਦੇ ਵਿੱਚ ਸਾਨੂੰ ਸਮਝਾਉਂਦੇ ਨੇ, ਇੱਕ ਕਰਦੇ ਨੇ। ਲੇਕਿਨ ਕੋਈ ਵੀ ਸੰਤ ਮਹਾਤਮਾ ਸਾਨੂੰ ਆਪਣੇ ਹੀ ਨਾਲ ਉਸ ਦੇਹ ਦੇ ਨਾਲ ਨਹੀਂ ਕੋਈ ਬੰਨਦਾ ਕਿਸੇ ਤਰ੍ਹਾਂ ਦਾ। ਲੇਕਿਨ ਸ਼ੁਰੂ ਤੋਂ ਪਤਾ ਨਹੀਂ ਕਿੰਨੇ ਜਨਮਾਂ ਦੀਆਂ ਇਹ ਜਿਹੜੀਆਂ ਟੇਕਾਂ ਜਿਹੜੀਆਂ ਚੱਲ ਰਹੀਆਂ ਨੇ, ਉਹਦੇ ਕਰਕੇ ਅਸੀਂ ਤਾਂ ਇਸ ਬੰਧਨਾਂ 'ਚੋਂ ਨਿਕਲ ਨਹੀਂ ਪਾਉਂਦੇ। ਬਾਰ-ਬਾਰ ਉਹ 'ਚੋਂ ਕੱਢਦੇ ਨੇ। ਸਤਿਗੁਰਾਂ ਨੇ ਫਰਮਾਇਆ ਕਿ ਸਾਰੀ ਆਪਣੀ ਉਮਰ ਦੇ ਵਿੱਚ ਉਹ ਸਾਨੂੰ ਇਹਨਾਂ ਚੀਜ਼ਾਂ 'ਚੋਂ ਕੱਢਦੇ ਰਹੇ। ਔਰ ਉਹਨਾਂ ਦੀ ਦੇਹ ਉਲਾ ਤੋਂ ਬਾਅਦ ਸਭ ਤੋਂ ਪਹਿਲਾਂ ਉਸੇ ਹੀ ਸਥਾਨ ਦੇ ਉੱਤੇ ਉਹਨਾਂ ਦੀ ਸਮਾਧ ਬਣਾ ਦਿੱਤੀ ਗਈ। ਹੋਰ ਤਾਂ ਬਾਹਰ ਦੀ ਗੱਲ ਛੱਡੋ, ਕਿਤੇ ਉੱਥੇ ਹੀ ਉਹਨਾਂ ਦੀ ਸਮਾਧ ਬਣਾ ਦਿੱਤੀ ਗਈ। ਬਾਹਰ ਦੀ ਜਿਹੜੀਆਂ ਅਸੀਂ ਕਰਮ ਧਰਮ ਫਿਰ ਸ਼ੁਰੂ ਹੋ ਗਏ। ਇਸ ਲਈ ਉਹਨਾਂ ਦੇ ਬਚਨਾਂ ਨੂੰ ਸਮਝੀਏ। ਠੀਕ ਹੈ, ਸਾਰਾ ਕੁਝ ਹੀ ਪੂਜਣਯੋਗ ਹੈ। ਜਿੱਥੇ ਜਿੱਥੇ ਉਹਨਾਂ ਨੇ ਚਰਨ ਧਰੇ ਨੇ, ਉਹ ਧੂੜ ਜਿਹੜੀ ਮਸਤਕ 'ਤੇ ਲਾਉਣੀ, ਉਹਨਾਂ ਦੇ ਹਰ ਇੱਕ ਜੋ ਵੀ ਵਸਤਰ ਨੇ, ਉਹਨਾਂ ਦੇ ਸੋਟੀਏ, ਉਹਨਾਂ ਦੇ ਪਲੰਗ ਨੇ, ਉਹਨਾਂ ਦੇ ਸਰੂਪ ਨੇ, ਸਭ ਕੁਝ ਹੀ ਪੂਜਣਯੋਗ ਨੇ। ਪਰ ਜੇ ਅਸੀਂ ਸਿਰਫ ਇੱਥੋਂ ਤੱਕ ਹੀ ਰਹਿ ਗਏ ਤਾਂ ਬਈ ਗੱਲ ਨਹੀਂ ਬਣਨੀ। ਭਾਵੇਂ ਕਿਸੇ ਵੀ ਸਮੇਂ ਦੀ ਗੱਲ ਕਰ ਲਈਏ, ਅੱਜ ਵੀ ਇੱਥੇ ਆਪਾਂ ਸਤਿਗੁਰਾਂ ਦੇ ਅਵਤਾਰ ਦਿਵਸ 'ਤੇ ਕਈ ਸੰਗਤ ਐਸੇ ਬੈਠੇ ਆ ਕਿ ਜਿਨ੍ਹਾਂ ਨੂੰ ਹੋ ਸਕਦਾ ਹੈ ਕਿ 2-2 3-3 ਪੀੜ੍ਹੀਆਂ ਹੋ ਗਈਆਂ ਨੇ। ਉਹਨਾਂ ਨੇ ਸ਼ੁਰੂ ਤੋਂ ਪਹਿਲੇ ਸਰੂਪ 'ਚ ਵੀ ਸਤਿਗੁਰਾਂ ਦੇ ਦਰਸ਼ਨ ਕੀਤੇ, ਬਾਅਦ 'ਚ ਵੀ ਦਰਸ਼ਨ ਕੀਤੇ। ਕਈ ਤੇ ਘਰਾਂ ਦੇ ਵਿੱਚ ਐਸੇ ਬਜ਼ੁਰਗ ਜਿਨ੍ਹਾਂ ਨੇ ਬਾਬਾ ਜੀ ਦੇ ਵੀ ਦਰਸ਼ਨ ਕੀਤੇ ਸੀ। ਲੇਕਿਨ ਕੀ ਕਲੇਸ਼ ਮੁੱਕ ਗਏ? ਕੀ ਦੁੱਖ ਮੁੱਕ ਗਏ ਘਰਾਂ ਦੇ ਵਿੱਚੋਂ? ਸਾਡੇ ਦੁੱਖ ਖਤਮ ਹੋ ਗਏ? ਕਿਉਂਕਿ ਅਸੀਂ ਉਹ ਚੀਜ਼ ਪਹਿਲਾਂ ਆਪ ਹੀ ਨਹੀਂ ਸਿੱਖੀ। ਆਪਣੇ ਬੱਚਿਆਂ ਨੂੰ ਕੀ ਅਸੀਂ ਦੱਸਾਂਗੇ? ਜੋ ਆਪ ਨੂੰ ਪਤਾ ਹੈ ਉਹੀ ਅੱਗੇ ਸਿਖਾਵਾਂਗੇ। ਆਪ ਵੀ ਉਹੀ ਚੀਜ਼ਾਂ ਨੂੰ ਮੰਨਿਆ ਅਤੇ ਅੱਗੇ ਵੀ ਉਹੀ ਪ੍ਰੇਰਨਾ ਜਿਹੜੀ ਦਿੱਤੀ ਗਈ। ਜੇ ਗੁਰੂ ਪੂਜ ਲਿਆ ਜਾਵੇ ਅਤੇ ਫਿਰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਪੂਜਣ ਦੀ। ਫਰਮਾਇਆ ਕਿ ਗੁਰੂ ਪੂਜਾ ਮੈਂ ਸਭ ਕੀ ਪੂਜਾ। ਜਾਣ ਫਰਮਾਇਆ ਕਿ ਗੁਰੂ ਕੀ ਕਰ ਹਰ ਦਮ ਪੂਜਾ, ਗੁਰੂ ਸਮਾਨ ਕੋਈ ਦੇਵ ਨਾ ਦੂਜਾ। ਪਰ ਪਹਿਲਾਂ ਪਤਾ ਤਾਂ ਚੱਲ ਜੇ ਕਿ ਗੁਰੂ ਕਹਿੰਦੇ ਕਿਹਨੂੰ ਆ। ਗੁਰੂ ਤਾਂ ਇੱਟ ਪੁੱਟਿਆ ਹੀ ਗੁਰੂ ਨਿਕਲਦਾ ਪਿਆ ਹੈ। ਇਸ ਕਰਕੇ ਉਸ ਚੀਜ਼ ਨੂੰ ਸਮਝੀਏ। ਕਿੰਨੇ ਮਹਾਂਪੁਰਸ਼, ਕਿੰਨੇ ਸੰਤ ਮਹਾਤਮਾ ਅੱਜ ਤੱਕ ਹੋ ਗਏ, ਦੇਖੀਏ ਕਿ ਗਿਣ ਕੇ ਦੇਖੀਏ ਕਿ ਕਿੰਨੇ ਸੰਤਾਂ ਨੇ ਇੱਥੇ ਆ ਕੇ ਉਸ ਚੀਜ਼ ਦਾ ਪ੍ਰਚਾਰ ਕੀਤਾ ਅਤੇ ਇਹਨਾਂ ਦੁੱਖਾਂ 'ਚੋਂ ਕੱਢਣ ਦੀ ਸਾਨੂੰ ਕੋਸ਼ਿਸ਼ ਕੀਤੀ।
ਕਿਸੇ ਵੀ ਟਾਈਮ ਤੋਂ ਆਏ ਹੋਣ, ਲੇਕਿਨ ਫਿਰ ਵੀ ਅਸੀਂ ਜਿਸ ਤਰ੍ਹਾਂ ਗੁਰਬਾਣੀ ਨੇ ਤਾਂ ਸਾਫ਼ ਹੀ ਫਰਮਾਉਂਦੇ ਹੁੰਦੇ ਸੀ ਕਿ ਜਿਸ ਤਰ੍ਹਾਂ ਨਾਲੀ ਦਾ ਕੀੜਾ ਹੁੰਦਾ ਹੈ, ਉਹਨੂੰ ਨਾਲੀ 'ਚੋਂ ਕੱਢ ਕੇ, ਗੰਦੇ ਪਾਣੀ 'ਚੋਂ ਕੱਢ ਕੇ ਸਾਫ਼ ਜਗ੍ਹਾ 'ਤੇ ਰੱਖੋ, ਉਹ ਖਲੋਂਦਾ ਹੀ ਨਹੀਂ ਹੈ, ਉਹ ਫਿਰ ਜਾ ਕੇ ਨਾਲੀ 'ਚ ਹੀ ਵੜਦਾ ਹੈ। ਉਹਨੂੰ ਉੱਥੇ ਹੀ ਉਹਦੇ ਨਾਲ ਹੀ ਉਹਦਾ ਪਿਆਰ ਪੈ ਗਿਆ ਹੈ। ਤੁਸੀਂ ਉੱਤੇ ਤਰਸ ਕਰੋ ਕਿ ਬਈ ਇਹ ਕਿੱਥੇ ਗੰਦ ਦੇ ਵਿੱਚ ਖੜਾ ਹੈ, ਗੰਦ ਦੇ ਵਿੱਚ ਇਹਨੂੰ ਕੱਢ ਕੇ ਇਹਨੂੰ ਬਾਹਰ ਰੱਖ ਦਈਏ, ਉਹਨੂੰ ਫਿਰ ਉਹੀ ਚੀਜ਼ ਪਸੰਦ ਹੈ, ਉਹਨੇ ਉਹਦੇ ਵਿੱਚ ਹੀ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰ ਸਾਡੇ ਮਨਾਂ ਦੇ ਵਿਚਾਰ ਜੋ ਸਾਡੀਆਂ ਉਹ ਚੀਜ਼ਾਂ ਅਸੀਂ ਗੁਰੂ ਦੀ ਨਹੀਂ ਮੰਨਦੇ। ਮੈਨੂੰ ਇਸ ਗੱਲ 'ਚ ਕੋਈ ਸ਼ਰਮ ਨਹੀਂ, ਕੋਈ ਡਰ ਨਹੀਂ। ਮੈਂ ਸਤਿਗੁਰਾਂ ਦੀ ਜੋ ਸੇਵਾ ਦੇ ਵਿੱਚ ਬੈਠ ਕੇ ਜੋ ਵੀ ਕਹਿਣਾ ਹੈ ਉਹ ਸਤਿਗੁਰਾਂ ਦੇ ਵਚਨ ਹੀ ਹੈ। ਅਸੀਂ ਗੁਰੂ ਦੀ ਨਹੀਂ ਮੰਨਦੇ, ਕਹਿੰਦੇ ਹਾਂ ਅਸੀਂ ਗੁਰੂ ਨੂੰ ਮੰਨਦੇ ਹਾਂ, ਪਰ ਕਿਤੇ ਨਾ ਕਿਤੇ ਸਾਡੀ ਟੇਕ ਆਪਣੇ ਵੱਡਿਆਂ ਦੇ ਜੋ ਪੁਰਾਣੀਆਂ, ਜਿਸ ਤਰ੍ਹਾਂ ਗੁਰੂਆਂ ਨੇ ਵਚਨ ਫਰਮਾਏ ਸੀ ਕਿ ਬਈ ਗੁਰੂ ਕੋਲ ਆਉਂਦੇ ਆ, ਸਭ ਕੁਛ ਆ ਕਰਦੇ ਆ, ਅਤੇ ਜੇ ਕੋਈ ਕਵੇ, ਜਿਸ ਤਰ੍ਹਾਂ ਹੁਣ ਕਈ ਪਿੱਤਰ ਪੂਜਦੇ ਨੇ, ਕਈ ਹੋਰ ਮੜੀਆਂ ਮਸਾਦਾਂ ਪੂਜਦੇ ਨੇ, ਅਤੇ ਕੋਈ ਕਹਿ ਦੇਵੇ ਕਿ ਹੁਣ ਤਾਂ ਤੁਸੀਂ ਉਹ ਵੀ ਗੁਰੂ ਨੂੰ ਧਾਰਨ ਕੀਤਾ ਹੁਣ, ਕਿਉਂਕਿ ਇਹ ਤਾਂ ਸਾਡੇ ਪੁਰਖ ਵੀ ਪੂਜਦੇ ਆਏ ਨੇ, ਇਹ ਤਾਂ ਸਾਡੇ ਵੱਡੇ ਵੀ ਕਰਦੇ ਆਏ, ਇਹਦੇ 'ਚ ਕੀ ਮਾੜੀ ਚੀਜ਼ ਹੈ। ਇਸੇ ਤਰ੍ਹਾਂ ਹੀ ਅਸੀਂ ਵੀ ਕਦੀ ਆਪਣੇ ਅੰਦਰ ਵਿਚਾਰ, ਕਿਸੇ ਦੀ ਗੱਲ ਨਹੀਂ, ਆਪਣੇ ਅੰਦਰ ਝਾਤੀ ਮਾਰ ਕੇ ਦੇਖੀ। ਮੈਂ ਤਾਂ ਦੇਖਿਆ ਸੰਗਤ ਵਿੱਚ ਗੁਰਮੁਖੀ ਦੇ ਬਚਨ ਅੱਜ ਵੀ ਕੈਸਟਾਂ ਦੇ ਵਿੱਚ ਰਿਕਾਰਡ ਨੇ, ਨੈੱਟ ਦੇ ਉੱਤੇ ਵੀ ਹੈ, ਤੁਸੀਂ ਸੁਣ ਕੇ ਦੇਖ ਲਓ। ਸਤਿਗੁਰਾਂ ਨੇ ਫਰਮਾਇਆ ਇੰਨਾ ਪਿਆਰ ਕਰਦੇ, ਇੰਨੇ ਚਰਨ ਫੜ ਫੜ ਕੇ ਕਹਿਣਗੇ ਵੀ ਸਾਨੂੰ ਪੂਰਾ ਗੁਰੂ ਮਿਲ ਗਿਆ, ਸਾਨੂੰ ਸਮਝ ਆ ਗਈ, ਗੁਰੂ ਨੇ ਦਇਆ ਕਰ ਦਿੱਤੀ, ਗੁਰੂ ਨੇ ਅੰਦਰ ਦਰਸ਼ਨ ਦੇ ਦਿੱਤੇ, ਗੁਰੂ ਨੇ ਸਭ ਕੁਝ ਕਰਤਾ। ਅਤੇ ਗੁਰੂ ਨੇ ਸਾਫ਼ ਹੀ ਫਰਮਾਇਆ ਕਿ ਬਈ ਕਿਸੇ ਦੇ ਘਰ ਮੁੰਡਾ ਨਹੀਂ ਹੋਇਆ, ਉਹਨੇ ਤਾਂ ਗੁਰੂ ਛੱਡ ਦਿੱਤਾ, ਕਿਸੇ ਦੀ ਕੋਈ ਮੱਝ ਨਹੀਂ ਕੋਈ ਸੂੰਦੀ, ਉਹਨੇ ਤਾਂ ਗੁਰੂ ਛੱਡ ਦਿੱਤਾ, ਕਿਸੇ ਦਾ ਕੋਈ ਦੁਕਾਨ ਨਹੀਂ ਚੱਲਦੀ, ਉਹਨੇ ਤਾਂ ਗੁਰੂ ਛੱਡ ਦਿੱਤਾ। ਗੱਲਾਂ ਕਰਦੇ ਹਾਂ ਅਸੀਂ ਬਹੁਤ ਉੱਪਰ ਦੀਆਂ, ਪਖੰਡ, ਇਹਨੂੰ ਸਤਿਗੁਰਾਂ ਨੇ ਪਖੰਡ ਕਿਹਾ ਹੈ। ਇੱਕ ਵਾਰ ਇੱਕ ਮਹਾਤਮਾ ਸੀ, ਕਰ ਰਹੇ ਸੀ ਸਤਸੰਗ ਕਰ ਰਹੇ ਸੀ, ਬੜਾ ਵਧੀਆ ਰਸ ਆ ਰਿਹਾ ਸੀ, ਸਭ ਕੀਤੇ ਸੀ। ਦੱਸਦੇ ਨੇ ਕਿ ਕੋਈ ਵੀ ਹੋਰ ਪੂਰਨ ਸੰਤ ਵੀ ਉੱਥੇ ਕੋਈ ਆਏ ਸੀ, ਉਹ ਵੀ ਆਏ ਜਦੋਂ, ਅਤੇ ਉਹ ਜਿਹੜੇ ਬੈਠ ਕੇ ਸਤਸੰਗ ਕਰ ਰਹੇ ਸੀ, ਬਹੁਤ ਉੱਪਰ ਦੀਆਂ ਗੱਲਾਂ ਕਿ ਬਈ ਪਹਿਲਾਂ ਇੱਧਰ ਉੱਧਰ ਕਰਕੇ ਬਈ ਹੁਣ ਕਿਆ ਨਜ਼ਾਰਾ ਆ ਰਿਹਾ ਹੈ, ਅਸੀਂ ਸਵਰਗਾਂ ਦੇ ਵਿੱਚ ਪਹੁੰਚ ਗਏ ਹਾਂ, ਹੁਣ ਬਕੁੰਠਾਂ ਦੇ ਵਿੱਚ, ਹੁਣ ਫਲਾਣੇ ਆਪਣਾ ਆ ਜਿਹੜੀ ਆ ਗਈ ਹੈ ਸਟੇਜ, ਹੁਣ ਇਸ ਤਰ੍ਹਾਂ ਹੋ ਗਿਆ, ਹੁਣ ਉੱਥੇ ਸੂਰਜ ਦਿਖ ਰਹੇ ਨੇ, ਹੁਣ ਚੰਦਰਮਾ ਦਿਖ ਰਿਹਾ ਹੈ, ਸਭ ਕੁਝ ਇਸ ਤਰ੍ਹਾਂ ਕਰ ਰਹੇ। ਸਾਰੇ ਕਹਿਣ ਕਿ ਵਾਹ ਜੀ ਵਾਹ, ਕਿੱਡੇ ਪਹੁੰਚੇ ਸੰਤ ਨੇ। ਹੁਣ ਬਾਹਰਲੀ ਵੇਸ਼ ਭੂਸ਼ਾ ਤਾਂ ਸਭ ਦੀ ਇੱਕੋ ਜਿਹੀ ਹੈ, ਅਸੀਂ ਕਿਤੋਂ ਅੰਦਾਜ਼ਾ ਲਾਵਾਂਗੇ, ਕੀ ਕਰਾਂਗੇ। ਉਹ ਉੱਥੇ ਬੈਠੇ ਸੀ, ਉਹਨਾਂ ਦੇ ਸਾਹਮਣੇ ਕੋਈ ਕਮੰਡਲ ਪਿਆ ਸੀ, ਜਿਹੜੇ ਵੀ ਕੋਈ ਸੰਗਤ ਆ ਰਹੀ ਸੀ ਉਹਦੇ ਵਿੱਚ ਕੋਈ ਸੇਵਾ ਪਾ ਰਹੀ ਸੀ, ਕੋਈ ਸਿੱਕੇ ਜਿਹੜੇ ਹੁੰਦੇ ਨੇ ਉਸ ਸਮੇਂ ਦੇ ਉੱਤੇ ਚੱਲਦੇ ਸੀ, ਉਹ ਸਿੱਕੇ ਉਹਦੇ ਵਿੱਚ ਪਾ ਰਹੇ ਸੀ। ਉਹ ਜਦੋਂ ਸਿੱਕਾ ਪੈਂਦਾ ਸੀ, ਉਹ ਟਨ ਟਨ ਦੀ ਆਵਾਜ਼ ਆਉਂਦੀ ਸੀ। ਉਹ ਹੁਣ ਗੱਲਾਂ ਕਰ ਰਹੇ ਸੀ ਬਹੁਤ ਇਸ ਤਰ੍ਹਾਂ, ਸਾਰੇ ਜਣੇ ਦੇਖ ਰਹੇ ਸੀ ਬੜਾ। ਇਸੇ ਤਰ੍ਹਾਂ ਹੀ ਉਹ ਜਿਹੜੇ ਆਏ ਹੋਰ ਸੰਤ, ਉਹਨਾਂ ਦੇ ਨਾਲ ਵੀ ਕੋਈ ਸੇਵਕ ਸੀ, ਉਹ ਕਹਿਣ ਮਹਾਰਾਜ ਜੀ ਦੇਖੋ ਕਿੱਡੀ ਉੱਚੀ ਸੁੱਚੀ ਰੂਹ ਹੈ, ਕਿੱਡੀ ਦਇਆ ਹੈ, ਕਿੱਡਾ ਉੱਪਰ ਦਾ ਧਿਆਨ ਹੈ। ਉਹ ਕਹਿਣ ਲੱਗੇ ਤੈਨੂੰ ਪਤਾ ਹੈ? ਕਹਿੰਦਾ ਦੇਖੋ ਦੱਸਦੇ ਰਹੇ ਉਹ ਸਭ ਕੁਛ। ਉਹਨਾਂ ਨੇ ਅੱਖਾਂ ਬੰਦ ਕੀਤੀਆਂ ਸੀ, ਆਪਣਾ ਬੜਾ ਗੱਲ ਕਰ ਰਹੇ ਸੀ, ਸਾਰੇ ਝੂਮ ਰਹੇ ਸੀ। ਉਹ ਕਹਿਣ ਲੱਗੇ ਆਪਣੇ ਸੇਵਾਦਾਰ ਨੂੰ, ਕਹਿਣ ਲੱਗੇ ਇਸ ਤਰ੍ਹਾਂ ਕਰ, ਜਿਹੜਾ ਕਮੰਡਲ ਸਾਹਮਣੇ ਪਿਆ ਨਾ, ਇਹ ਚੁੱਕ ਕੇ ਇਹਨਾਂ ਦੇ ਪਿੱਛੇ ਰੱਖਿਆ। ਉਹਨਾਂ ਨੇ ਇਸ ਤਰ੍ਹਾਂ ਕੀਤਾ, ਉਹ ਸੇਵਾਦਾਰ ਗਿਆ, ਉਹ ਕਮੰਡਲ ਚੁੱਕ ਕੇ ਤੇ ਪਿੱਛੇ ਰੱਖ ਦਿੱਤਾ, ਪਿੱਛੇ ਰੱਖ ਦਿੱਤਾ। ਅਤੇ ਉਹ ਗੱਲਬਾਤ ਤਾਂ ਹੋ ਰਹੀ ਸੀ, ਔਰ ਕਰਦਿਆਂ ਕਰਦਿਆਂ ਉਹ ਜਿਹੜੀ ਉਹ ਸੇਵਾ ਵਿੱਚ ਪਾ ਰਹੇ, ਜਿਹੜੇ ਉਹ ਸਿੱਕੇ ਪਾ ਰਹੇ ਸੀ, ਉਹ ਟਨ ਟਨ ਦੀ ਆਵਾਜ਼ ਆ ਰਹੀ ਸੀ। ਉਹ ਹੁਣ ਕਮੰਡਲ ਉੱਥੋਂ ਚੁੱਕਿਆ ਗਿਆ ਅਤੇ ਉਹ ਆਵਾਜ਼ ਆਉਣੀ ਬੰਦ ਹੋ ਗਈ। ਆਵਾਜ਼ ਆਉਣੀ ਬੰਦ ਹੋ ਗਈ ਅਤੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਹੁਣ ਸੰਗਤ ਹੋ ਗਈ ਸਾਰੀ, ਹੁਣ ਤਾਂ ਅੱਗੇ ਕੋਈ ਗੱਲਬਾਤ ਨਹੀਂ, ਜਿਹੜਾ ਹੋ ਗਿਆ ਕੰਮ। ਅੱਖਾਂ ਖੋਲ੍ਹੀਆਂ ਅਤੇ ਕਿਹਾ ਕਿ ਸਮਾਪਤੀ ਕਰੀਏ। ਜਦੋਂ ਉਹਨਾਂ ਨੇ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਸਭ ਬੈਠੇ ਸੀ, ਪਰ ਦੇਖਿਆ ਅਤੇ ਉਹ ਕਮੰਡਲ ਨਹੀਂ ਸੀ ਹੈਗਾ ਸਾਹਮਣੇ, ਕਮੰਡਲ ਸਾਹਮਣੇ ਨਹੀਂ ਸੀ। ਔਰ ਕਹਿਣ ਲੱਗੇ ਇੱਕਦਮ, ਉਹ ਮੇਰਾ ਕਮੰਡਲ ਕਿੱਥੇ ਗਿਆ, ਉਹ ਮੇਰਾ ਕਮੰਡਲ ਕਿੱਥੇ ਗਿਆ, ਉਹਨੂੰ ਕਿਹਨੇ ਚੁੱਕਿਆ? ਮਹਾਤਮਾ ਕਹਿਣ ਲੱਗੇ ਕਿ ਹੁਣੇ ਤੇ ਤੁਸੀਂ ਸੂਰਜ ਦੇਖ ਰਹੇ ਸੀ, ਚੰਦਰਮਾ ਦੇਖ ਰਹੇ ਸੀ, ਅੰਦਰ ਦੀਆਂ ਜਿਹੜੀਆਂ ਚੀਜ਼ਾਂ ਦੇਖ ਰਹੇ ਸੀ, ਅਤੇ ਥੋੜ੍ਹਾ ਜਿਹਾ ਦੇਖੋ ਕਮੰਡਲ ਇੱਥੇ ਹੀ ਹੋਣਾ ਕਿਤੇ ਲਾਗੇ, ਕਮੰਡਲ ਕਿੱਥੇ ਚਲਾ ਗਿਆ? ਬੜੀ
ਰਹਿਣੀ ਜਿਹੜੀ ਆ ਹੋਰ ਤਰ੍ਹਾਂ ਦੇ ਬਣ ਗਈ। ਅਸੀਂ ਠੀਕ ਹੈ, ਅਸੀਂ ਸੇਵਾਦਾਰ, ਅਸੀਂ ਸਾਰੀਆਂ ਡਿਊਟੀਆਂ ਸਭ ਆਪਾਂ ਕਰਦੇ ਹਾਂ, ਲੇਕਿਨ ਹਮ ਆਪਣੇ ਅੰਦਰ ਝਾਤੀ ਮਾਰੀਏ ਕਿ ਕਿਤੇ ਕੋਈ ਇਸੇ ਤਰ੍ਹਾਂ ਦਾ ਤਾਂ ਨਹੀਂ ਸਾਡੇ ਨਾਲ ਸਭ ਕੰਮ ਹੋ ਰਹੇ। ਸਿਰਫ ਇੱਕ ਗੁਰੂ ਦਾ ਬਚਨ ਹੀ ਹੈ, ਉਹੀ ਕਸੌਟੀ ਹੈ ਆਪਣੇ ਆਪ ਨੂੰ ਪਰਖਣ ਵਾਲੀ ਜਾਂ ਕਿਸੇ ਨੂੰ ਪਰਖਣ ਵਾਲੀ। ਹੋਰ ਸਾਡੇ ਕੋਲ ਕੋਈ ਚੀਜ਼ ਨਹੀਂ ਹੈਗੀ। ਜੇ ਕੋਈ ਉਸ ਬਚਨ ਦੇ ਉੱਤੇ ਪੂਰਾ ਹੈ ਤਾਂ ਸਮਝ ਲੱਗ ਜਾਂਦੀ ਹੈ ਕਿ ਇਹ ਗੁਰੂ ਦਾ ਸੇਵਕ ਹੈ। ਜੇ ਅਸੀਂ ਉਹ ਤੋਂ ਉਰੇ ਪਰੇ ਅਜੇ ਤੁਰੇ ਫਿਰਦੇ ਹਾਂ ਤਾਂ ਬਈ ਸਾਡਾ ਉਹ ਜਿਹੜਾ ਪਾਜ ਇੱਥੇ ਹੀ ਖੁੱਲ੍ਹ ਜਾਂਦਾ ਹੈ, ਉੱਥੇ ਦੀ ਗੱਲ ਹੀ ਛੱਡੀਏ। ਸਤਿਗੁਰ ਸਾਡੇ ਅੰਦਰ ਨੇ। ਕਿੰਨੇ ਕਿੰਨੇ ਮੀਲ ਜਾ ਕੇ ਖੋਜ ਕਰਕੇ ਕੋਈ ਫਲਾਣੇ ਮੰਦਰ, ਕੋਈ ਕਿਤੇ ਜਾ ਕੇ ਪੂਜਾ ਪਾਠ ਅਸੀਂ ਕਰ ਦਿੰਦੇ ਹਾਂ, ਪਰ ਸਤਿਗੁਰਾਂ ਦੇ ਮਾਣ 'ਤੇ ਇਹ ਗੱਲ ਕਹਿਣਾ ਹੈ, ਜਿਸ ਦਿਨ ਅਸੀਂ ਸਤਿਗੁਰਾਂ ਦੇ ਬਚਨ ਨੂੰ ਸਮਝ ਲਿਆ, ਉਹ ਜਿਹੜਾ ਸਫ਼ਰ ਸ਼ੁਰੂ ਕਰ ਲਿਆ, ਨਾ ਸਹੀ ਪੂਰਾ ਨਾ ਸਹੀ, ਸਿਰਫ ਉਹਨਾਂ ਦਾ ਨਿਸ਼ਚਾ ਕਰਕੇ ਹੀ, ਉਹਨਾਂ 'ਤੇ ਵਿਸ਼ਵਾਸ ਕਰਕੇ ਹੀ ਉਸ ਚੀਜ਼ 'ਤੇ ਜੇ ਬੈਠ ਗਏ ਤਾਂ ਬਈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਇਕੱਲਾ ਇਹ ਨਹੀਂ ਕਿ ਪਰਮਾਰਥ ਹੀ ਦਿੰਦੇ ਨੇ, ਸਵਾਰਥ ਵੀ ਬਖਸ਼ਦੇ ਨੇ। ਹਰ ਚੀਜ਼ ਉਹਨਾਂ ਦੇ ਪਾਸ ਹੈ, ਭੰਡਾਰ 'ਚ ਕੋਈ ਕਮੀ ਨਹੀਂ। ਸਾਰਾ ਸੰਸਾਰ ਉਹਨਾਂ ਨੇ ਬਣਾਇਆ ਹੈ, ਚਾਹੇ ਮਾਇਆ ਹੈ, ਚਾਹੇ ਮਾਣ ਵਡਿਆਈ ਹੈ, ਚਾਹੇ ਮੁੰਡੇ ਕੁੜੀਆਂ ਨੇ, ਕੋਈ ਕਿਸੇ ਚੀਜ਼ ਦਾ ਘਾਟਾ ਹੈ। ਲੇਕਿਨ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਹਾਂ। ਸਤਿਗੁਰਾਂ ਨੇ ਕਦੀ ਕਿਸੇ ਦਾ ਨਾਮ ਨਹੀਂ ਲਿਆ। ਹੁਣ ਹੁੰਦਾ ਸਤਿਗੁਰੂ ਸੇਵੋ ਆਪਣਾ, ਪਹਿਲਾਂ ਪਤਾ ਤਾਂ ਲੱਗ ਜੇ ਆਪਣਾ ਕਿਹੜਾ ਹੈ, ਫੇਰ ਹੀ ਗੱਡੀ ਅੱਗੇ ਚੱਲੇਗੀ। ਇਸ ਲਈ ਉਹਨੇ ਫਰਮਾਇਆ ਕਿ ਕਰਮ ਧਰਮ ਪਖੰਡ ਜੋ ਦਿਸੇ, ਤਿੰਨ ਜੰਮ ਜੁਗਾਤੀ ਲੁੱਟੇ। ਕਹਿੰਦੇ ਇਹ ਸਭ ਕੁਛ ਬਾਹਰ ਦੇ ਕਰਮ ਧਰਮ ਲੁੱਟੇ ਜਾਂਦੇ ਨੇ, ਇਹਦੇ ਇੱਥੇ ਹੀ ਕਰਮ ਜਿਹੜੇ ਜਦੋਂ ਜਿੰਨੇ ਕੁ ਅਸੀਂ ਸ਼ੁਭ ਕਰਦੇ ਹਾਂ, ਕੋਈ ਸ਼ੁਭ ਹੋਣ ਇੱਥੇ ਹੀ ਕੱਟੇ ਵੱਟੇ ਜਾਂਦੇ ਨੇ, ਉੱਥੇ ਤੇ ਹਿਸਾਬ ਕਿੱਥੇ ਪਹੁੰਚਣਾ ਹੈ। ਅੱਗੇ ਫਰਮਾਇਆ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਅਸੀਂ ਤੇ ਕਹਿੰਦੇ ਅਸੀਂ 20 ਸਾਲ ਸੇਵਾ ਕੀਤੀ, ਅਸੀਂ 20 ਸਾਲ ਸਤਿਗੁਰਾਂ ਦਾ ਜਿਹੜਾ ਨਾਲ ਉਹਨਾਂ ਦੇ ਰਹੇ ਹਾਂ, ਅਸੀਂ ਤੇ 40 ਸਾਲ ਉਹਨਾਂ ਦੇ ਕੋਲ ਆਉਂਦੇ ਰਹੇ ਹਾਂ, ਅਸੀਂ ਤੇ ਸਤਸੰਗ ਇੰਨੇ ਸੁਣੇ ਨੇ, ਬੜੇ ਦਾਅਵੇ ਕਰਦੇ ਹਾਂ, ਪਰ ਸਤਿਗੁਰ ਤੇ ਫਰਮਾ ਰਹੇ ਨੇ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਕਹਿੰਦੇ ਅੱਖ ਝਮਕਣ ਜਿੰਨਾ ਵੀ, ਜੇ ਕਿਤੇ ਉਹ ਗੱਲ ਵਾਕਈ ਹੀ ਪੂਰੀ ਸੇਵਾ ਜਿਸ ਤਰੀਕੇ ਨਾਲ ਉਹ ਚਾਹੁੰਦੇ ਨੇ ਸਾਡੇ ਕੋਲੋਂ, ਜਿਹੜਾ ਉਸ ਭਜਨ ਸਿਮਰਨ ਕਹਿੰਦੇ ਨੇ ਜਾਂ ਜਿਹੜਾ ਉਹ ਵਚਨ ਕਰਦੇ ਨੇ, ਜੋ ਉਸ ਹਿਸਾਬ ਦੇ ਨਾਲ ਸਿਰਫ ਕਿੰਨਾ ਅੱਖ ਝਮਕਣ 'ਚ ਕਿੰਨਾ ਕੁ ਸਮਾਂ ਲੱਗਦਾ ਹੈ। ਨਿਮਕ ਸਿਮਰਤ ਸਭ ਛੁੱਟੇ। ਕਹਿੰਦੇ ਜੇ ਇੰਨੀ ਦੇਰ ਵੀ ਜੇ ਉਹ ਕਿਤੇ ਗੱਲ ਉਹਨਾਂ ਦੇ ਤਰੀਕੇ ਨਾਲ ਬਣ ਗਈ ਤਾਂ ਸਾਰਾ ਕੁਝ ਛੁੱਟ ਗਿਆ, ਕੋਈ ਬੰਧਨ ਨਹੀਂ ਇਹਨੂੰ। ਲੇਕਿਨ ਅਸੀਂ ਇੰਨੀ ਦੇਰ ਕਰਦੇ ਹਾਂ, ਹਰ ਸੇਵਾ ਕਰਦੇ ਹਾਂ, ਪਰ ਉਹ ਜਿਹੜੀ ਸਾਡੇ ਅੰਦਰੋਂ ਚੀਜ਼ ਜਾਂਦੀ ਨਹੀਂ, ਜਿਹਦੇ ਕਰਕੇ ਉਹ ਜਿਹੜੀ ਮੁਕਤ ਪਦਾਰਥ ਸਾਨੂੰ ਮਿਲਦਾ ਨਹੀਂ। ਹਮੇਸ਼ਾ ਜਕੜੇ ਤਕੜੇ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ, ਔਰ ਉਹ ਜਿਹੜੇ ਦੁੱਖਾਂ ਸੁੱਖਾਂ ਦੇ ਵਿੱਚ ਹੀ ਇੱਥੇ ਹੀ ਅਸੀਂ ਘੁੰਮਦੇ ਫਿਰਦੇ ਰਹਿੰਦੇ ਹਾਂ। ਅਤੇ ਉਹਨਾਂ ਨੇ ਵਚਨ ਸੁਣਾਇਆ ਕਿ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਬਿਨਾਂ ਵਾਸਨਾ ਤੋਂ, ਬਿਨਾਂ ਕਿਸੇ ਤੋਂ। ਇਹ ਨਹੀਂ ਕਿ ਸਤਿਗੁਰਾਂ ਨੇ ਪੁਰਾਣੇ ਸੰਗੀਆਂ ਨੂੰ ਪਤਾ ਹੋਏਗਾ, ਜੋ ਮੈਂ ਫਰਮਾਇਆ ਸੀ ਕਿ ਸੁਖਣਾ ਅਸੀਂ ਕਰਕੇ ਸੁਖਣਾ ਕਰਦੇ, ਸੁਖਣਾ ਕਿ ਆਹ ਕੰਮ ਪੂਰਾ ਹੋ ਜਾਏ ਮੈਂ ਮੱਥਾ ਟੇਕਣ ਆਵਾਂਗਾ, ਆਹ ਕੰਮ ਹੋ ਜਾਏ ਮੈਂ ਇੱਦਾਂ ਕਰਾਂਗਾ। ਸਤਿਗੁਰਾਂ ਨੇ ਸਾਫ਼ ਹੀ ਫਰਮਾਇਆ ਸੀ ਕਿ ਬਈ ਇਹ ਕੋਈ ਵਪਾਰ ਨਹੀਂ ਹੈਗਾ, ਇਹ ਪਿਆਰ ਦਾ ਰਸਤਾ ਹੈ। ਸੁਖਣਾ ਸੋਕੇ ਨਾ ਆਇਆ ਕਰੋ, ਭਗਤੀ ਕਰਨੀ ਹੈ ਉਸ ਪ੍ਰਭੂ ਦੀ, ਅਤੇ ਬਈ ਬਿਨਾਂ ਕਿਸੇ ਉਸ ਚੀਜ਼ ਤੋਂ ਕਰੀਏ। ਬਿਨਾਂ ਉਸ ਚੀਜ਼ ਤੋਂ ਇੱਕ ਕਦਮ ਵੀ ਚੱਲਿਆ ਜਿਹੜਾ ਹੈ ਨਾ ਸਾਡਾ, ਉਹ ਸਾਰਾ ਸੰਸਾਰ ਹੀ ਝੋਲੀ 'ਚ ਪਾ ਦਿੰਦੇ ਆ। ਪਰ ਜੇ ਅਸੀਂ ਇਸ ਤਰ੍ਹਾਂ ਮੰਗਤੇ ਮਾਂ ਕਦੀ ਕੋਈ ਚੀਜ਼ ਅਤੇ ਫਿਰ ਉਹ ਗੱਲ ਨਹੀਂ ਬਣਦੀ। ਇਸ ਲਈ ਹੁਣ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਨਿਮਕ ਸਿਮਰਤ ਜਿਤ ਛੂਟੇ, ਉਹ ਜਿਹੜਾ ਸਿਮਰਨ ਨੇ ਕਿ ਜਿਹੜਾ ਇੰਨਾ ਕਿ ਮਨਜ਼ੂਰ ਹੋ ਗਿਆ ਅਤੇ ਸਭ ਕੁਝ ਮਿਲ ਜਾਣਾ ਹੈ, ਉਹਦੇ ਵਾਸਤੇ ਬੇਨਤੀ ਕਰੀਏ ਕਿ ਸਤਿਗੁਰੂ ਜੀ ਸਾਨੂੰ ਜਾਂਚ ਬਖਸ਼ੋ ਉਸ ਦੀ, ਸਾਨੂੰ ਵੀ ਪਤਾ ਚੱਲੇ ਕਿ ਉਹ ਕਿਹੜਾ ਐਸਾ ਹੁਕਮ ਹੈ, ਕਿਹੜਾ ਐਸਾ ਉਹ ਵਚਨ ਹੈ ਕਿ ਜਿਹੜਾ ਛੋਟੇ ਜਿਹੀ ਗੱਲ ਨਾਲ ਹੀ ਸਾਰੀਆਂ ਜਿਹੜੀਆਂ ਦੁੱਖ ਖਤਮ ਹੋ ਜਾਣੇ ਨੇ। ਅੱਗੇ ਫਰਮਾਇਆ ਸੰਤੋ ਸਾਗਰ ਪਾਰ ਉਤਰੀਏ, ਜੋ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਹੁਣ ਇੱਥੇ ਵੀ ਉਹੀ ਲੜਾਈ ਪੈ ਜਾਂਦੀ ਹੈ। ਫਿਰ ਅਸੀਂ ਇੱਕ ਦੂਸਰੇ ਦੇ ਦਾਅਵੇ ਕਰਦੇ ਰਹਿੰਦੇ ਹਾਂ ਕਿ ਤੁਹਾਨੂੰ ਤਾਂ ਮਹਾਰਾਜ ਦੇ ਬਚਨਾਂ ਦਾ ਨਹੀਂ ਪਤਾ, ਤੁਸੀਂ ਮਹਾਰਾਜ ਦੇ ਬਚਨ ਨਹੀਂ ਸੁਣੇ। ਅਸੀਂ ਤਾਂ ਉਹਨਾਂ ਦੇ ਕੋਲ ਬੈਠਦੇ ਹੁੰਦੇ ਸੀ, ਅਸੀਂ ਤਾਂ ਬਚਨ, ਸਾਨੂੰ ਬਚਨਾਂ ਦਾ ਪਤਾ ਕੀ ਬਚਨ ਨੇ, ਪਰ ਪੜਦਾ ਨਹੀਂ ਰਹਿੰਦਾ ਉਹ ਚੀਜ਼ ਦਾ। ਫਰਮਾਉਂਦੇ ਨੇ
जे कोई बचन कमावे संतन का सो गुर प्रसादी तरीए। भी इकला ये नहीं है कि जो मर के ही अगे पता लगना है कि अं कहीए कि लै जी वो तो ठेका चुक्या सतगुरां ने, वो कहेंदे इस तरह जी नहीं। सतगुरां ने दूसरे बचन भी फरमाए हैं कि जींदियां जी पता चलेगा कि मुक्ति मिल गई है। मर के नहीं किसी ने कोई दसन आया कि मुक्ति मिल गई है। वो तो बई जिहड़ा कोई कबर नूं पूजदा पिया, जिहड़ा कोई किसी पत्थर नूं भी बाहर करदा पिया, वो भी वो अपना भरोसा उस हिसाब नाल चल लिया दा। लेकिन असीं उस सतगुर की गल कर रहे हैं जिन्होंने इत्थे सानू सब कुछ जी के दसिया, करके दसिया सब कुछ। इत्थे ही वो मुक्त सी, इत्थे उन्होंने कोई बंधन नहीं सी हैगा। चाहे उन्होंने विआह शादियां कीतियां, चाहे उन्होंने धियां पुत्र होए, कारोबार कीते, जोड़े गंढे, वाहियां कीतियां, सब कुछ सब सारे काम कीते, पर सब कुछ करते कराउंदे होए भी मुक्त रहे हो, किसी बंधन दे विच नहीं आए। ਉਹੀ चीज़ सानू भी दसते हैं कि जे तुम सोचते हो कि बई जे असी मर के ही मुक्ति मिलनी है तो चलो कोई गल नहीं, तो फिर ये झूठी गल है। जे हुण ही साडी टेंशन चिंता नहीं मुक्कियां, जे हुण ही साडे अंदर डर नहीं मुक्या, हुण ही साडियां आसां नहीं मुक्कियां, जां वो चीज़ां नहीं खत्म होईयां, तो फिर बई मर के कित्थे, मर के तो फिर उस चीज़ 'च ही आवांगे जहाँ आसा तहाँ वासा। जिहदा जिथे जिथे ध्यान रह गया, चाहे वो घर च रह गया, धियां च रह गया, पुत्रां च रह गया, माया च रह गया, मान वडियाई च रह गया, किसी भी गल च रह गया, जिथे वो चिड़ी चो पूरी करने वास्ते आना ही पैना है। लेकिन सतगुर जिहड़ा रस्ता दसदे ने उहदे विच इत्थे ही मुक्ति मिल, ना कोई बैरी ना कोई बेगाना, सगल संग हमरी बनाई। सतगुर सानू वो बख्शना चाहुंदे ने। इसलिए उन्हां दे बचनां नूं विचारीए, समझीए कि किहड़ा बचन कमाउणा है। जो जो बचन कमावे संतन, सबनों सतगुर संत मिले ने, पर उन्होंने बचन जिहड़े ने कमाने को वाकई सौखे नहीं है। वो खंडे की धार ते जिस तरह चलना हुंदा वा नंगे, उस तरह की चलण की गल है। जिहड़ा डावां डोली वाला उहदे उत्ते चल नहीं सकता, वो डिग पैंदा है। जिहड़ा बिल्कुल स्थिर होकर अपने सतगुरां दा आसरा लैके पता ही नहीं अगे कि की, बस अखां बंद करके उसी ते चल लिया है, उन्होंने की पता कि की है थल्ले। जिहड़ा वेखदा वो इत्थे ते अग लगी पई है, वो थल्ले ते आ पिया है, इदां किदां चलांगा मैं, आ किस तरह होएगा, वो किस तरह होएगा, वो बार बार डिगेगा। सतगुरां दे बचन अपने हिरदे 'च धारण करिए। एक गुर भगती दृढ़ कर गहो, पीछे और उपाए, बिन गुर भगती मोह जग कभी ना काटा जाए। किसी का भी उन्होंने नाम लिया, अपने 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 सतगुरां दी गल कीती है, पकियाई रखिए। सतगुर कोई कोई इत्थे व्यापार करन नहीं आए, जां भीड़ां इकट्ठियां करन नहीं आए, ना कोई वोटां इसी इकट्ठियां करन आए ने। असीं देखिए पिछे इतिहास देखिए, जे सतगुरां दे उन्हां दे टाइम ते देखिए कि कित्थे वो अपनी झोंपड़ियां झुग्गियां दे विच रह के भी वो सतगुरां दा नाम जपदे रहे ते जपाउंदे रहे। किसी तरह की उन्होंने बाहरली वो चीज़ नहीं, ठीक है, जिस तरह लोड़ के मुताबक जो चीज़ां सी घाट नहीं आई किसी चीज़ की, चाहे संगतां जिन्नियां मर्जी सब कुछ उन्होंने प्रबंध होंदे रहे, लेकिन ये बाहरला कोई किसी तरह का खिलार नहीं खिला रहा। तो सतगुर दया किरपा करन, जो वचन सतगुरां दे असीं सुने ने, सतगुरां दे मुखारबिन तो जो सुने ने, उन्होंने कमाउणा है। दूसरिਆਂ ਦਾ ना जुम्मा चुक्की वो की करता है, इदां क्यों करता है, इस तरह क्यों करता है, अपने वाल देखिए कि असी कर लिया कि नहीं। अपने वाल थोड़ी झाती मारीए कि किन्नी को दशा जी बदल गई है। जो नहीं हुई तो बई सारा संसार भावें जो मर्जी मौजा माणे, जे असी दुखी हाँ तो फिर तो सानू सारा साडे वास्ते सारा संसार ही दुखी है। इसलिए जो असी आप छुट गए तो फिर सारे सानू लगता कि सारे ही सुखी ने। तो सतगुर किरपा करन कि वो बचन जिहड़े सतगुरां दे ने वो साडे समझ आ जाण, तो वो जिहड़ी प्रीत उन्हां नाल सच्ची बन जावे, जिहदे करके ये जिहड़े बाहर दे बंधन जिहड़े सब कट्टे जाणगे। हाँ जी बेटा। करम तरम पखंड जो दिसै, तेन जम जगाती लूटे, निर्वाण कीर्तन
भावो करते का निमख सिमरत जित छूटे संतो सागर पार उतरिए जे को बचन कमावे संतन का सो गुर प्रसादी तरिए कोट तीरथ मजन स्नाना इस कल में मैल परी जय साध संग जो हर गुण गावे सो निर्मल कर लीजै। ਹੁਣ ਪਹਿਲਾਂ ਵਚਨ ਸਤਿਗੁਰਾਂ ਦੇ ਫਰਮਾਏ ਉਹਨਾਂ ਨੇ ਕਿ ਜੋ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨੇ ਕਿਹਾ ਹੈ। ਬਚਨ ਵੀ ਉਹਨਾਂ ਦੀ ਕਿਰਪਾ ਨਾਲ ਹੀ ਚਲੋ ਮੰਨੇ ਜਾਂਦੇ, ਪਰ ਜੇ ਕਹਿੰਦੇ ਕਿ ਜੇ ਸੰਤਾਂ ਦੇ ਬਚਨ ਕਮਾਏ ਤੇ ਸਤਿਗੁਰਾਂ ਦਾ ਆਸ਼ੀਰਵਾਦ ਦੇ ਨਾਲ ਉਹ ਫਿਰ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ। ਅੱਗੇ ਫਰਮਾਇਆ ਕਿ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮੇ ਮੈਲ ਭਰੀਜੇ। ਹੁਣ ਦੇਖੋ ਗੱਲ ਫਿਰ ਉਹੀ ਆ ਜਾਂਦੀ ਹੈ, ਗੁਰੂ ਦੇ ਬਚਨਾਂ ਨੂੰ ਫੜਨਾ ਹੈ। ਚਾਹੇ ਜਿੱਧਰ ਨੂੰ ਮਰਜ਼ੀ ਅਸੀਂ ਉਹਦੇ ਅਰਥ ਕਰ ਦਿੰਦੇ ਹਾਂ, ਜਿਸ ਤਰ੍ਹਾਂ ਮਰਜ਼ੀ ਅਸੀਂ ਇੱਧਰ ਉੱਧਰ ਲੈ ਜਾਂਦੇ ਹਾਂ, ਲੇਕਿਨ ਕੋਈ ਐਸੀ ਗੱਲ ਨਹੀਂ। ਜੇ ਥੋੜ੍ਹਾ ਜਿਹਾ ਸਮਝਾਂਗੇ ਤਾਂ ਬੜੇ ਹੀ ਸਪਸ਼ਟ ਨੇ। ਕਿਉਂ ਸਤਿਗੁਰਾਂ ਨੇ ਇਹਨਾਂ ਚੀਜ਼ਾਂ ਤੋਂ ਉੱਪਰ ਉਠਾਇਆ। ਪਿਛਲੇ ਯੁਗਾਂ ਦੀਆਂ ਜਿਹੜੀਆਂ ਸਾਖੀਆਂ ਅਸੀਂ ਪੜ੍ਹਦੇ ਹਾਂ ਕਿ ਬਈ ਕਿਤੇ ਉਹ ਆਰੇ ਲਗਾ ਦਿੱਤੇ ਗਏ ਕਿ ਬਈ ਇੱਥੇ ਜਿਹੜਾ ਆ ਕੇ ਆਖਰੀ ਟਾਈਮ 'ਤੇ ਕੱਟਿਆ ਜਾਊਗਾ ਉਹ ਮੁਕਤੀ ਮਿਲ ਜੇਗੀ, ਉਹਨੂੰ ਸਵਰਗ ਮਿਲ ਜਾਣਗੇ। ਕਿਸੇ ਨੂੰ ਕੋਈ ਚੱਕਰ 'ਚ ਪਾਤਾ, ਕਿਸੇ ਨੂੰ ਕਿਸੇ ਚੱਕਰ 'ਚ ਪਾਤਾ। ਹੁਣ ਸਤਿਗੁਰ ਫਰਮਾਉਂਦੇ ਨੇ ਥੋੜ੍ਹੀ ਬਹੁਤੀ ਨਹੀਂ ਫਰਮਾਇਆ, ਕੋਟ ਕਰੋੜਾਂ, ਇਕੱਲੀ ਇੱਕ ਦੀ ਤਾਂ ਗੱਲ ਹੀ ਨਹੀਂ ਕੀਤੀ। ਉਹ ਕਿਹਾ ਕੋਟ ਤੀਰਥ ਮੱਜਨ ਇਸ਼ਨਾਨਾ, ਜਿਹੜਾ ਅਸੀਂ ਤੀਰਥ ਸਰੋਵਰਾਂ ਦੇ ਵਿੱਚ ਜਿਹੜੀ ਡੁਬਕੀ ਲਾਉਂਦੇ ਸਿਰ ਤੱਕ ਜਿਹੜੀ ਡੁਬਕੀ ਜਿਹੜੀ ਲੱਗਦੀ ਜਿਹੜੀ, ਉਹਨੇ ਫਰਮਾਇਆ ਕਿ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮੇ ਮੈਲ ਭਰੀਜੇ। ਹੁਣ ਅਸੀਂ ਸੋਚਾਂਗੇ ਕਿ ਕਿਸ ਤਰ੍ਹਾਂ ਮੈਲ, ਕਿਸ ਤਰ੍ਹਾਂ ਅਸੀਂ ਤਾਂ ਤੀਰਥ ਇਸ਼ਨਾਨ ਕਰਕੇ ਕਹਿੰਦੇ ਹਾਂ ਕਿ ਬਈ ਸਾਡੀਆਂ ਮੈਲਾਂ ਲੱਥ ਗਈਆਂ ਹੁਣ, ਪਰ ਸਤਿਗੁਰ ਫਰਮਾ ਰਹੇ ਨੇ ਮੈਲ ਭਰੀਜੇ। ਇਹ ਕਿੱਦਾਂ ਗੱਲ ਬਣੇਗੀ? ਹੁਣ ਜਿਹੜੀ ਸਤਿਗੁਰ ਮੈਲ ਦੀ ਗੱਲ ਕਰ ਰਹੇ ਨੇ, ਇੱਕ ਤਨ ਦੀ ਮੈਲ ਹੈ, ਇੱਕ ਮਨ ਦੀ ਮੈਲ ਹੈ। ਬਾਹਰਲੀ ਮੈਲ ਤੇ ਚਲੋ ਉਤਰ ਗਈ, ਪਰ ਸਤਿਗੁਰਾਂ ਦੇ ਹੀ ਵਚਨ ਸੀ ਕਿ ਤੀਰਥ ਇਸ਼ਨਾਨਾਂ 'ਤੇ ਜਾਂਦੇ ਹਾਂ, ਜਾ ਕੇ ਉੱਥੇ ਇਸ਼ਨਾਨ ਕਰਦੇ ਹਾਂ, ਕਹਿੰਦੇ ਹਾਂ ਕਿ ਬਈ ਪਾਪ ਲੱਥ ਗਏ, ਆਹ ਚੀਜ਼ ਹੋ ਗਈ, ਪਰ ਇੱਧਰ ਉੱਧਰ ਕਈ ਗਲਤ ਨਿਗਾਹ ਨਾਲ ਦੇਖ ਕੇ ਕਈ ਤਰ੍ਹਾਂ ਦੀਆਂ ਉੱਥੋਂ ਮੈਲਾਂ ਹੋਰ ਚੁੱਕ ਲਿਆਉਂਦੇ। ਕੋਈ ਉੱਥੇ ਮੋਢੇ ਮਾਰਦਾ ਫਿਰਦਾ, ਧੱਕੇ ਮਾਰਦਾ ਫਿਰਦਾ, ਕੋਈ ਉੱਥੇ ਜੋੜੇ ਚੁੱਕਦਾ ਫਿਰਦਾ ਹੈ, ਕੋਈ ਗਲਤ ਨਿਗਾਹ ਨਾਲ ਇੱਧਰ ਉੱਧਰ ਦੇਖਦਾ ਪਿਆ ਹੈ। ਅਤੇ ਉਹ ਇਸ਼ਨਾਨ ਕਰਨ ਗਏ ਨੇ, ਲੇਕਿਨ ਉਹ ਇਸ਼ਨਾਨ ਨਾਲ ਉਹਨਾਂ ਉਹ ਮੈਲ ਲੱਥੀ ਨਹੀਂ ਜਿੰਨੀਆਂ ਮੈਲਾਂ ਉਹਨਾਂ ਨੇ ਹੋਰ ਚੜ੍ਹਾ ਲਈਆਂ। ਫਿਰ ਦੂਸਰੇ ਨੰਬਰ ਦੇ ਉੱਤੇ ਇੱਕ ਹੋਰ ਵੀ ਚੀਜ਼ ਮਨ 'ਚ ਆ ਜਾਂਦੀ ਹੈ ਕਿ ਜੇ ਸੌਖਾ ਕੰਮ ਲੱਭ ਪਵੇ, ਜੇ ਪਤਾ ਹੈ ਕਿ 1 ਸਾਲ ਪੂਰੇ ਪਾਪ ਕੀਤੇ, ਬੰਦਾ ਸੋਚਦਾ ਕਿ ਬਈ ਇੱਕ ਇਸ਼ਨਾਨ ਕੀਤਾ ਮੈਲ ਤੇ ਲੱਥ ਗਈ, ਅਤੇ ਫਿਰ ਜੇ 100 ਪਾਪ ਕੀਤੇ ਨੇ ਹੁਣ 500 ਵੀ ਕਰ ਲਈਏ, ਫਿਰ ਕਿਹੜੀ ਗੱਲ, ਇਸ਼ਨਾਨ ਕਰਕੇ ਲੱਥ ਹੀ ਜਾਣੇ ਆ ਸਾਰੇ। ਇਹ ਸਾਰੇ ਪਾਸੇ ਹੀ ਇਕੱਲੇ ਇਸ਼ਨਾਨ ਮਗਰ ਨਾ ਹੋਈਏ। ਗੁਰੂ ਮਹਾਰਾਜ ਦੇ ਬੱਚੇ ਵੀ ਆਪਾਂ ਕਈ ਵਾਰ ਸਤਿਗੁਰਾਂ ਦੇ ਬਚਨ ਸੁਣੇ, ਗੁਰੂ ਮਹਾਰਾਜ ਨੇ ਫਰਮਾਉਣਾ ਕਿ ਜਦੋਂ ਪੂਰਨ ਸੰਤ ਸਤਿਗੁਰੂ ਨਾਮ ਬਖਸ਼ਦੇ ਨੇ ਅਤੇ ਬਈ ਪਿਛਲੇ ਸਾਰੇ ਔਗਣ ਮਾफ़ ਕਰ ਦਿੰਦੇ ਨੇ ਅਤੇ ਸਾਰੀਆਂ ਚੀਜ਼ਾਂ ਮਾफ़ ਕਰਕੇ ਇਹਨੂੰ ਉਹ ਜਿਹੜੀ ਫਾਈਲ ਕਾਲ ਦੀ ਹੈ ਜਿਹੜਾ ਆਪਣੇ ਹੱਥ 'ਚ ਲੈ ਲੈਂਦੇ ਨੇ। ਹੁਣ ਕਈ ਵਾਰ ਸਾਡੇ ਮਨ 'ਚ ਖਿਆਲ ਆਉਂਦਾ ਹੈ ਕਿ ਉਹਨਾਂ ਨੇ ਫਰਮਾਇਆ ਕਿ ਜਦੋਂ ਨਾਮ ਦਿੰਦੇ ਨੇ ਅਤੇ ਉਹ ਬਈ
पिछली सारे खाता साफ कर देंगे ने। कई इहो चीज़ सोच के बार बार नाम ही लिखाई जाते हैं कि चलो हर बारी नाम लिखा दो, हर बारी जी पिछला खाता तो मुक जाए। भी ये इस तरह की गल नहीं हैगी। सगुर दया कृपा करन वो जो उन्होंने बचनों की समझ अच्छी तरह लगे। इस करके फरमाया कि कोट तीरथ मज्जन इशनाना इस कल में मैल भरीजे, साध संग जो हर गुण गावे सो निर्मल कर लीजिए। भी सतगुर दया कृपा दे नाल संतां दा संग, साध दा संग जिहड़ा इस संगत दे विच बैठ जदों कोई गुरमुखां दी संगत मिलदी है तो जैसी संगत वैसी रंगत, फिर वो जिहड़े विचार बदलते हैं, मैलां जिहड़ियां लथदियां ने। बहुत बार असीं देखते हैं संगत में ऐसा होंदा है कि एक बंदा कोई माड़ा काम करता है, दूसरे नूं जो अच्छे नूं देखदा है तो उन्होंने जो संगत होंदी है वेख के उहदा भी दिल करदा, कहंदा है कि बई मैं भी चाहुंदा हुण नाम जपना, मैं भी चाहुंदा हुण अपने आप नूं बदलना। मैं बड़ा तुहानूं देखिया तुसीं बड़े शांत रहिंदे हो, तुहाडे उत्ते बड़ी किरपा है, तुहाडे परिवार ते बड़ी किरपा है। उहदे वल देख के दूसरे का भी मन जिहड़ा बदलना शुरू होंदा है। तो इस करके फरमाया कि साध संग जो हर गुण गावे, ਉਹਦੇ ਵਿੱਚ भी बैठ के एक भी चीज़ नाल गई कि हरी गुण गावे। ये नहीं कि संगत दे विच इकट्ठे होकर संगत दे विच असीं जे मिल के भी तो इधर उधर दीयां गल्लां करी जाने आ, माण वडियाई दी करी जाने आ, चुगलियां निंदा करी जाने आ, एक दूजे दी गल्लां करी जाने आ ते असीं कहीए लो जी असीं ते असीं संगत करके आए हैं। गुरमुखां दी संगत की गल कीती है, साध की संगत की गल कीती है कि जे उन्हां दी संगत विच, क्योंकि उत्थे ते ओही हो दूजी जगह दूजी गल कोई हुंदी नहीं कि सत्संग सोई जाणीए जिथे इक्को नाम विखाणी है, सिर्फ वो नाम की शोभा, होर कोई दूजी गल नहीं, बाहर की कोई गल्लां बातां नहीं होंदियां उत्ते। जिहड़ी कथा जिहड़ी है वो जिहड़ा हरि की शोभा है वो इहदे जिहड़े सारियां ही कल कलेश इहदे दूर कर दिंदी है ते उहनूं निर्मल करके अपने घर वास्ते तैयार कर दिंदी है। हाँ जी साध संग जो हर गुण गावे सो निर्मल कर लीजे। वेद कतेब सिमरत सब शास्त्र इन पढ़िया मुक्त ना होई। एक अखर जो गुरमुख जापे तिसकी निर्मल सोई। हुण बाणी दे विच कई जगह ते बचन आए ने। उन्होंने फरमाया कि मत कोई भरम भूले संसार, गुरु बिन कोई ना उतरस पार। जे सौ चंदा उगवे सूरज चढ़े हजार, इते चानण हुंदिया गुर बिन घोर अंधार। भरम उन्होंने क्या कि छड्ड दी। फरमाया वेद कतेब सिमरत सब शास्त्र। हुण किसी की गल नहीं हो रही, साडियां अपनियां कोई लिखे नहीं, कोई किसी की गल हो रही। सतगुरां दे जो बचन ने जो उन्होंने फरमाए ने उन्हां ते विचार करिए। ये ठीक है, सानू सहायता मिलती है, अच्छा कोई पढ़ते हैं, अच्छा कोई सुनते हैं, सारिया चीज़ों का फर्क पैंदा है। पर जे असी कल्ला उतों तक ही टिक जाइए, सोचिए कि ये नाल ही वो मुक्ति हो जानी है, तो वो कहते गलत है। मैं कि वेद कतेब सिमरत सब शास्त्र, इन पढ़िया मुक्त ना होई। कहते इनू पढ़न दे नाल, जिस तरह बाणी सुना कि पढ़ पढ़ गड्डी लदीए। जे असी सिर्फ पढ़न ते जोर लाई जाने तो फिर बई वो गल नहीं बननी। और ये दूसरे पासे भी सोच लीए, कई बार असी सिर्फ तो सिर्फ अपने मतलब दी चीज़ों फड़ लेने, जिथे हर कोई बंदा अपने अपने तरीके दे नाल हर किते कोई काम कर रहा है। कोई शास्त्रां नूं पढ़ रहा है, कोई पाठ कर रहा पोथियां तो, कोई किसी तरह कर रहा है। उन्हां दी जो मर्यादा जो उन्होंने दस्या जो उस हिसाब नाल लगे ने। कोई असी फोटोआं लगा के या स्वरूप कह लो, फोटो कह जो मर्जी लगा के
ਸਿਰਫ ਉਹਨੂੰ ਮੱਥਾ ਟੇਕਣ ਤੱਕ ਹੀ ਅਸੀਂ ਬੜੀ ਭਗਤੀ ਸਮਝ ਲਈ ਕਿ ਬਸ ਜੀ 24 ਘੰਟੇ ਮੱਥਾ ਹੀ ਟੇਕੀ ਜਾਂਦੇ ਆ ਉਹਨੂੰ ਜੀ, ਇਹ ਭਗਤੀ ਹੋ ਗਈ ਜੀ, ਬਸ ਜੀ ਇੰਨਾ ਹੀ ਕੰਮ ਹੈ। ਘਰ ਦੇ ਵਿੱਚ ਅੱਜ ਕੱਲ੍ਹ ਤਾਂ ਆ ਗਏ ਨੇ ਮੋਬਾਈਲ, ਉਹਨਾਂ 'ਤੇ ਲੱਗ ਜਾਂਦਾ। ਪਹਿਲਾਂ ਕੈਸਟਾਂ ਹੁੰਦੀਆਂ ਸੀ ਜਾਂ ਰਿਕਾਰਡ ਹੁੰਦੇ ਸੀ, ਜਾਂ ਘਰ ਦੇ ਵਿੱਚ ਕੋਈ ਐਸਾ ਗੁਰਮੰਤਰ ਕਹਿ ਲਈਏ ਜਾਂ ਕੋਈ ਸ਼ਬਦ ਗੁਰਬਾਣੀ ਦੇ ਕੁਛ ਚੱਲਣ ਦੇ ਨੇ, ਅਸੀਂ ਕਹਿੰਦੇ ਬਸ ਜੀ ਸਾਰਾ ਜੀ ਬੜਾ ਮਾਹੌਲ ਹੀ ਬੜਾ ਵਧੀਆ ਸੀ, ਸਾਡੀ ਤਾਂ ਮੁਕਤੀ, ਅਸੀਂ ਤਾਂ 24 ਘੰਟੇ ਹੀ ਉਹਦੇ ਵਿੱਚ ਰਹਿੰਦੇ ਹਾਂ। ਹਰ ਇੱਕ ਚੀਜ਼ ਦਾ ਸਤਿਗੁਰਾਂ ਨੇ ਫਰਮਾਇਆ। ਜਿਸ ਤਰ੍ਹਾਂ ਸਰੋਵਰਾਂ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਬਈ ਡੱਡੂ ਮੱਛੀਆਂ ਉਹਦੇ ਵਿੱਚ ਹੀ ਕਈ ਰਹਿੰਦੇ ਨੇ ਉੱਥੇ, ਅਸੀਂ ਤਾਂ ਇੱਕ ਡੁਬਕੀ ਲਗਾ ਕੇ ਆ ਜਾਂਦੇ ਹਾਂ, ਉਹ ਤਾਂ 24 ਘੰਟੇ ਵਿੱਚ ਰਹਿੰਦੇ ਨੇ। ਲੇਕਿਨ ਇਸ ਤਰ੍ਹਾਂ ਨਹੀਂ, ਠੀਕ ਹੈ। ਫਿਰ ਗੱਲ ਆ ਜਾਂਦੀ ਹੈ ਭਾਵਨਾ ਦੀ, ਪਿਆਰ ਦੀ। ਜੇ ਸਾਡੇ ਅੰਦਰ ਉਹ ਭਾਵਨਾ ਪਿਆਰ ਆ ਗਿਆ ਤੇ ਫਿਰ ਜਿੱਥੋਂ ਮਰਜ਼ੀ ਅਸੀਂ ਉਹਨੂੰ ਪਾ ਸਕਦੇ ਹਾਂ। ਹੈ ਤਾਂ ਕਿਸੇ ਵੀ ਫੋਟੋ 'ਚ ਨਹੀਂ ਉਹ ਵੜਿਆ, ਕਿਸੇ ਵੀ ਪੱਥਰ 'ਚ ਨਹੀਂ ਹੈਗਾ, ਕਿਸੇ ਸਰੋਵਰ 'ਚ ਨਹੀਂ ਹੈਗਾ, ਜਾਂ ਕਿਸੇ ਇਸ ਤਰ੍ਹਾਂ ਨਹੀਂ। ਪਰ ਇੱਕ ਪਾਸੇ ਆਪਣੇ ਉਸ ਮਰਿਆਦਾ ਦੇ ਨਾਲ ਦੇਖੀਏ ਤਾਂ ਉਹਨੇ ਕਿਹਾ ਕਿ ਕਣ ਕਣ ਦੇ ਵਿੱਚ ਮੌਜੂਦ ਹੈ, ਹਰ ਜਗ੍ਹਾ ਹੀ ਉਹ ਮੌਜੂਦ ਹੈਗਾ। ਲੇਕਿਨ ਉਹਨੂੰ ਪਾਉਣ ਵਾਲੀ ਜਿਹੜੀ ਜਾਚ ਹੈ, ਜਦੋਂ ਉਹ ਆ ਗਈ, ਉਹਦਾ ਪਤਾ ਚੱਲ ਗਿਆ, ਤੇ ਫਿਰ ਸਾਨੂੰ ਕਿਤੇ ਜਾਣ ਦੀ ਲੋੜ ਵੀ ਨਹੀਂ ਪੈਣੀ, ਉੱਥੇ ਹੀ ਬੈਠੇ ਹੀ ਮਿਲ ਜਾਣਾ ਹੈ। ਇਸ ਲਈ ਫਰਮਾਉਂਦੇ ਨੇ ਕਿ ਵੇਦ ਕਤੇਵ ਸਿਮਰਤ ਸਭ ਸ਼ਾਸਤਰ, ਇਨ ਪੜ੍ਹਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ। ਹੁਣ ਉਸ ਇੱਕ ਅੱਖਰ ਦੀ ਖੋਜ ਕਰੀਏ, ਉਹ ਕਿਹੜਾ ਅੱਖਰ ਹੈ? ਅਸੀਂ ਤਾਂ ਕਈ ਅੱਖਰ ਪੜ੍ਹ ਛੱਡੇ, ਕਈ ਅੱਖਰ ਸੁਣ ਛੱਡੇ, ਉਹ ਕਿਹੜਾ ਇੱਕ ਅੱਖਰ ਹੈ? ਉਹ ਸਾਨੂੰ ਗੁਰੂ ਦੱਸਦਾ ਹੈ ਕਿ ਉਹ ਕਿਹੜਾ ਹੈ। ਜੋ ਵੀ ਸਤਿਗੁਰਾਂ ਨੇ ਹੁਕਮ ਫਰਮਾ ਦਿੱਤਾ, ਜੋ ਕਹਿ ਦਿੱਤਾ ਆ, ਉਹ ਸਾਡੇ ਵਾਸਤੇ ਸਭ ਤੋਂ ਉੱਪਰ ਹੈ। ਜਦੋਂ ਆਪਣੇ ਸਤਿਗੁਰਾਂ ਦੀ ਜ਼ੁਬਾਨ ਤੋਂ ਕੋਈ ਵੀ ਮੁਖਾਰਬਿੰਦ ਤੋਂ ਉਹਨਾਂ ਤੋਂ ਨਿਕਲਿਆ ਜਿਹੜਾ ਬਚਨ ਹੈ, ਕੋਈ ਵੀ ਸ਼ਬਦ ਬਚਨ ਜਿਹੜਾ ਆ, ਉਹ ਇਹਨੂੰ ਸਭ ਕੁਝ ਦੇ ਸਕਦਾ ਹੈ। ਹੁਣ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਕਿ ਬਈ ਉਹ ਕੋਈ ਕਹਿੰਦਾ ਰਾਮ, ਕੋਈ ਕਹਿੰਦਾ ਸ਼ਾਮ, ਕੋਈ ਕਹਿੰਦਾ ਵਾਹਿਗੁਰੂ, ਕੋਈ ਕਹਿੰਦਾ ਇਹ ਅੱਲਾ ਅੱਲਾ, ਕੋਈ ਕੁਛ, ਇਹ ਸਾਰੇ ਹੀ ਉਹਦੇ ਸਿਫਾਤੀ ਨਾਮ ਨੇ। ਇਹ ਸਿਫਾਤੀ ਨਾਮ ਨੇ। ਇਹ ਇਹਨਾਂ ਅੱਖਰਾਂ ਦੇ ਵਿੱਚ ਜਿਹੜੀ ਊੜਾ ਐੜਾ ਕਹਿ ਲਈਏ, ABC ਕਹਿ ਲਈਏ, ਜਾਂ ਕਿਸੇ ਵੀ ਚੀਜ਼ਾਂ 'ਤੇ ਕਹਿ ਲਈਏ, ਇਹ ਜਿਹੜੀਆਂ ਲਿਪੀਆਂ ਇਹਨਾਂ ਦੇ ਵਿੱਚ ਆ ਜਾਂਦੇ ਨੇ। ਪਰ ਸਤਿਗੁਰ ਦਇਆ ਕਿਰਪਾ ਕਰਨ, ਉਹਦੀ ਸਾਨੂੰ ਫਰਮਾਇਆ ਕਿ ਏਕ ਅੱਖਰ ਜੋ ਗੁਰਮੁਖ ਜਾਪੇ। ਜੇ ਸਤਿਗੁਰ ਦੀ ਕਿਰਪਾ ਨਾਲ ਉਹਦੀ ਸਮਝ ਲੱਗ ਗਈ, ਬੜੇ ਬਚਨਾਂ 'ਚ ਉਹਨਾਂ ਨੇ ਫਰਮਾਇਆ ਹੈ, ਬੜਾ ਖੋਲ ਖੋਲ ਕੇ ਫਰਮਾਇਆ ਹੈ, ਪਰ ਸਾਨੂੰ ਸਮਝ ਨਹੀਂ ਲੱਗਦੀ। ਸਤਿਗੁਰਾਂ ਨੇ ਫਰਮਾਉਣਾ ਕਿ ਬਈ ਆਪਣੇ ਆਪ ਨੂੰ ਗੁਰੂ ਦਾ ਬੱਚਾ ਕਹਿੰਦੇ ਨੇ, ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਤਾਂ ਸਭ ਕੁਛ ਮਿਲ ਗਿਆ, ਸਭ ਕੁਛ ਦੇਖ ਲਿਆ, ਸਭ ਕੁਛ ਪਾ ਲਿਆ। ਕਹਿੰਦੇ ਫਿਰ ਆ ਕੇ ਕਹਿਣਗੇ ਮਹਾਰਾਜ ਜੀ ਫਲਾਣੀ ਥਾਂ ਤੋਂ ਹੋਈਏ। ਹੁਣ ਮੈਂ ਕਹਿੰਦੇ ਵੀ ਜਾਓ ਮਾਰੋ ਧੱਕੇ ਹੋ ਆਓ, ਕੋਈ ਗੱਲ ਨਹੀਂ, ਕਿਸਮਤ ਅਜੇ ਸਾਥ ਨਹੀਂ ਦੇ ਰਹੀ, ਕਰਮਾਂ ਦੇ ਖੋਟੇ ਆ, ਕਿਉਂਕਿ ਗੁਰੂ ਦੇ ਬਚਨ 'ਤੇ ਵਿਸ਼ਵਾਸ ਨਹੀਂ। ਜਿਹਨੇ ਫਰਮਾਇਆ ਕਿ ਹਾਥੀ ਕੇ ਪਾँव में सबका समा। ਸਤਿਗੁਰ ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸੋਈਓ ਥਾਨ ਸੁਹਾਵਾ ਰਾਮ ਰਾਜ। ਇੱਕ ਪੁਰਾਣੇ ਬਜ਼ੁਰਗ ਪਿੱਛੇ ਇਸੇ ਸਤਿਗੁਰਾਂ ਦੇ ਦਰਬਾਰ 'ਚ ਆਏ। ਉਹ ਦੱਸਦੇ ਕਿ ਗੁਰੂ ਮਹਾਰਾਜ ਦੇ ਪਹਿਲੇ ਸਰੂਪ ਦੀ ਗੱਲ ਕਰਨ ਲੱਗੇ ਕਿ ਮੈਂ ਥੋੜ੍ਹੀ ਦੇਰ ਉਹਨਾਂ ਦੇ ਨਾਲ ਇਸ ਤਰ੍ਹਾਂ ਰਹਿਣ ਦਾ ਮੌਕਾ ਮਿਲਿਆ, ਸੰਗਤ ਦਾ ਮੌਕਾ ਮਿਲਿਆ, ਅਤੇ ਉਹਨਾਂ ਨੇ ਤਰਨ ਤਾਰਨ ਦਰਬਾਰ ਦੀ ਗੱਲ ਦੱਸੀ ਕਿ ਇੱਕ ਵਾਰ ਬਾਬਾ ਜੀ ਕੋਲ ਉੱਥੇ ਮੈਨੂੰ ਨਾਲ ਲੈ ਗਏ ਮੱਥਾ ਟੇਕਣ ਵਾਸਤੇ। ਨਾਲ ਲੈ ਗਏ ਅਤੇ ਉਹ ਬਾਬਾ ਜੀ ਦੱਸਦੇ ਕਿ ਉੱਪਰ ਚੁਬਾਰੇ ਦੇ ਵਿੱਚ ਉੱਪਰ ਰਹਿੰਦੇ ਹੁੰਦੇ ਸੀ, ਉੱਥੇ ਬੈਠਦੇ ਸੀ। ਜਦੋਂ ਉੱਥੇ ਪਹੁੰਚੇ ਅਤੇ ਬਾਬਾ ਜੀ ਕਿਤੇ ਬਾਹਰ ਗਏ ਸੀ, ਕਿਤੇ ਜਾਂ ਕਿਤੇ ਬਾਹਰ ਖੇਤਾਂ 'ਚ, ਜਾਂ ਪਤਾ ਨਹੀਂ ਕਿਤੇ, ਕਿਉਂਕਿ ਦੱਸਦੇ ਕਿ ਸੇਵਾ ਦੇ ਵਿੱਚ ਸੀ ਬਾਹਰ। ਉਸ ਜਿਹੜੇ ਕੋਈ ਬਜ਼ੁਰਗ ਆਏ ਸੀ, ਅਤੇ ਉਹਨਾਂ ਨੇ ਦੱਸਿਆ ਕਿ ਉਹ ਕਹਿਣ ਲੱਗੇ ਕਿ ਮੈਂ ਵੀ ਨਾਲ, ਮੈਨੂੰ ਨਾਲ ਖੜਿਆ ਸੀ, ਪਰ ਕਹਿੰਦੇ ਉਹਨਾਂ ਦਾ ਵਿਸ਼ਵਾਸ, ਭਰੋਸਾ ਜਾਂ ਜਿਹੜੀ ਚੀਜ਼ ਦਾ ਟਾਲ ਸੀ। ਉੱਥੇ ਪਹੁੰਚੇ ਅਤੇ ਉੱਥੇ ਕੋਈ ਸੇਵਾਦਾਰ ਕਹਿਣ ਲੱਗੇ ਕਿ ਠੀਕ ਹੈ, ਕੋਈ ਗੱਲ ਨਹੀਂ ਹੈਗੀ, ਉਹ ਤਾਂ ਬਾਹਰ ਹੈ, ਅਤੇ ਉਹਨਾਂ ਨੇ ਤੁਸੀਂ ਇਸ ਤਰ੍ਹਾਂ ਕਰੋ ਕਿ ਉਹ ਉੱਪਰ ਮੱਥਾ ਟੇਕ ਕੇ ਅਤੇ ਚਲ ਫਿਰ ਆਓਗੇ ਅਤੇ ਫਿਰ ਹੋ ਜਾਵੇ। ਗੁਰੂ ਮਹਾਰਾਜ ਕਹਿਣ ਲੱਗੇ ਕਿ ਨਹੀਂ, ਉੱਪਰ ਮੈਂ ਕਹਿੰਦਾ ਕਿਹਨੂੰ ਮੱਥਾ ਟੇਕਣਾ ਹੈ? ਕਹਿੰਦਾ ਜਿਹਨੂੰ ਉੱਪਰ ਮੱਥਾ ਟੇਕਣਾ ਹੈ ਅਤੇ ਉਹ ਤਾਂ ਮੇਰਾ ਥੱਲੇ ਵੀ ਤਾਂ ਕੋਲ ਹੀ ਹੈ। ਜੇ ਉਹ ਅੰਦਰ ਦੀ ਗੱਲ ਜਿਹੜੀ ਗੱਲ ਕਰਨ ਲੱਗੇ ਉਸ ਭਾਵਨਾ ਦੀ, ਠੀਕ ਹੈ, ਅਸੀਂ ਸਤਿਗੁਰਾਂ ਦੀ ਦੇਹ ਦੀ ਵੀ
ਉਹਦੀ ਉਹ ਕਰਦੇ ਹਾਂ, ਪੂਜਾ ਕਰਦੇ ਹਾਂ, ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਦਾ ਆਦਰ ਕਰਦੇ ਹਾਂ, ਉਹਨਾਂ ਕੋਲੋਂ ਸਭ ਕੁਝ ਮਿਲਦਾ ਹੈ, ਅਤੇ ਉਹ ਬਣਦਾ ਵੀ ਹਰ ਸਿੱਖ ਦਾ ਧਰਮ ਹੈ। ਲੇਕਿਨ ਜੇ ਉਹਨਾਂ ਦੇ ਪਲੰਘਾਂ ਨੂੰ, ਉਹਨਾਂ ਦੀਆਂ ਸੋਟੀਆਂ ਨੂੰ, ਉਹਨਾਂ ਦੇ ਫੋਟੋਆਂ ਨੂੰ ਅਸੀਂ ਸਿਰਫ ਉੱਥੋਂ ਤੱਕ ਹੀ ਸਮਝ ਲਿਆ ਕਿ ਇੱਥੇ ਗੁਰੂ ਕੈਦ ਹੋ ਗਿਆ ਏ, ਅਤੇ ਫਿਰ ਸਾਨੂੰ ਉਹਨਾਂ ਦੇ ਬਚਨਾਂ ਦੀ ਸਮਝ ਨਹੀਂ ਲੱਗੀ ਹੈ। ਇਹ ਤਾਂ ਸਾਰੀਆਂ ਚੀਜ਼ਾਂ ਦਾ ਇੱਕ ਟਾਈਮ ਹੈ, ਨਾਸ਼ ਹੋ ਜਾਂਦਾ ਹੈ। ਲੇਕਿਨ ਅਸੀਂ ਚੰਬੜ ਗਏ ਇਹਨਾਂ ਚੀਜ਼ਾਂ ਨੂੰ। ਸਗੋਂ ਉਹਨਾਂ ਨੇ ਦੱਸਿਆ ਕਿ ਉਹ ਕਹਿਣ ਲੱਗੇ ਕਿ ਬਈ ਕਿਸੇ ਸੇਵਾਦਾਰ ਨੇ ਕਿਹਾ ਕਿ ਉੱਪਰ ਜਾਓ, ਤੁਸੀਂ ਉੱਪਰ ਚੁਬਾਰੇ 'ਚ ਮੱਥਾ ਟੇਕ ਆਓ ਉੱਥੇ। ਉਹ ਕਹਿੰਦੇ ਕਿ ਬਈ ਜੇ ਉਹਨਾਂ ਉੱਪਰ ਆਪ ਤੇ ਸਤਿਗੁਰ ਤੇ ਬਾਹਰ ਗਏ ਨੇ ਜਾਂ ਜਿੱਥੇ ਵੀ ਇਹ, ਅਤੇ ਜਿਹੜੇ ਸ਼ਬਦ ਸਰੂਪ ਜਿਹੜੇ ਉੱਪਰ ਜਾਏ, ਤਾਂ ਉਹ ਤਾਂ ਮੇਰੇ ਕੋਲ ਇੱਥੇ ਵੀ ਹੈਗੇ, ਮੈਂ ਉੱਪਰ ਮੱਥਾ ਕੀ ਟੇਕਣਾ ਹੈ। ਕਹਿੰਦੇ ਇੱਥੋਂ ਵੀ ਨਮਸਕਾਰ ਹੈ, ਜਿੱਥੇ ਮਰਜ਼ੀ ਉਹਨਾਂ ਨੂੰ ਫਿਰ ਕਰ ਸਕਦੇ ਹਾਂ। ਸਾਡੇ ਮਨ 'ਚ ਇਹੋ ਹੀ ਭਾਵਨਾ ਜਿਹੜੀ ਚੱਲਦੀ ਰਹਿੰਦੀ ਹੈ ਕਿ ਸ਼ਾਇਦ ਗੁਰੂ ਨੂੰ ਕੈਦ ਸ਼ਾਇਦ ਕਿਤੇ, ਕਿਉਂਕਿ ਗੁਰੂ ਦੇ ਬਚਨਾਂ ਨੂੰ ਸਮਝਿਆ ਨਹੀਂ, ਉਹਨਾਂ ਦੇ ਬਚਨਾਂ ਨੂੰ ਕਮਾਇਆ ਨਹੀਂ, ਸਮਝ ਨਹੀਂ ਲੱਗੀ ਉਸ ਚੀਜ਼ ਦੀ। ਸਤਿਗੁਰਾਂ ਦੇ ਇੱਕ ਸਤਸੰਗ ਦੇ ਵਿੱਚ ਵਚਨ ਨੇ ਕਿ ਬਈ ਅਲੱਗ-ਅਲੱਗ ਥਾਵਾਂ 'ਤੇ, ਕਦੀ ਪਟਨਾ ਸਾਹਿਬ, ਕਦੀ ਅਨੰਦਪੁਰ ਸਾਹਿਬ, ਕਦੀ ਅੰਮ੍ਰਿਤਸਰ, ਕਦੀ ਕਿਤੇ, ਕਾਹਦੇ ਵਾਸਤੇ ਸੀ ਉਹਨਾਂ ਨੇ ਇੱਕ ਜਗ੍ਹਾ 'ਤੇ ਹੋ ਸਕਦਾ ਸੀ। ਪਰ ਇਹੋ ਹੀ ਸਾਡੀਆਂ ਟੇਕਾਂ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਫੜ ਕੇ ਬਹਿ ਜਾਂਦੇ ਆ। ਗੁਰੂ ਦੀ ਸਾਨੂੰ ਕਦਰ ਨਹੀਂ ਹੈ। ਗੁਰੂ ਕਿਹਨੂੰ ਕਹਿੰਦੇ ਉਹਦੀ ਸਮਝ ਨਹੀਂ ਲੱਗੀ। ਬਚਨ ਸੁਣਦੇ ਹਾਂ, ਸੁਣਾਉਂਦੇ ਹਾਂ, ਸਭ ਕੁਝ ਕਰੀ ਜਾਂਦੇ ਹਾਂ, ਪਰ ਉੱਪਰ स्वामी जी ने फरमाया गुरु को ऊपर ऊपर गाता, गुरु को दिल भीतर नहीं लाता, कारज तेरा कैसे होवे भाई, गुरु संग उपरी प्रीत लगाई। प्रीत उपर उपर दी है। अपने सतगुरां ते बई जे एक पल भी कल भी वचन आए सी कि एक पल भी उन्होंने विछड़ते हैं ना तो दुखों की भार टुट पैंदे ने। हुण किनू तुसी जफा मारोगे, हर पल उन्होंने किद्दां नाल रखोगे, पर उन्होंने किद्दां जफा मार के उन्होंने फड़ के रखांगे असीं कि नहीं बस ये कोल ही रवे, इन्हूं भुल्लीए ना, इन्हूं छड्ड नहीं छड्डना नहीं है। गुरु साडे अंदर है। सतगुरां ने जो वचन फरमाए ने, जो रस्ता दस्या है, उन्होंने कमाईए। ठीक है, मान करिए। सतगुरां दे वचन सी जिन्ना मान करोगे उन्ना भरांगे। तो मान तो बई फिर मान भी कोई किसी चीज़ का मुताज है। कई बार छोटे छोटे बच्चे हैं, मैनूं याद है किसी ने दसिया कि एक बच्चा जिस तरह गलों च लॉकेट पाए होंगे कई ने, ठीक है, सतगुरां दा मार्ग नहीं, ठीक है, सहायता लैण वास्ते जां अपने मन की थोड़ी बहुती उन्होंने चलाउण वास्ते जो मर्जी कर लैंदे आ। कोई बच्चा सी उन्हें मन गल च किते लॉकेट पाया तो उन्हें हर थां ते कहंदा हुंदा सी कि कोई उन्होंने दसिया किसी परिवार ने कि जदों उन्होंने कोई गल कहनी तो उन्हें कहना हाँ गुरु जी मेरे पास है, मुझे कुछ नहीं कुछ हो सकता, गुरु जी मेरे पास है। किसी ने सामने आना उन्हें इस तरह करके कहना ये गुरु मेरे पास है। बड़ा करता सी। एक दिन क्या होया कि सुते पिया जिस तरह धागा जिहड़ा गल च पाया गल गया होगे तो टुट गया। वो लॉकेट लथ के डिग पिया बिस्तरे जी, बिस्तरा लपेट के रख दिता। वो सवेरे बेचारा बच्चा तुरया फिरे इधर उधर, तो कोई गल होई, किसी ने कुछ कहा तो वो जिस तरह करन लगा इस तरह वो वेख्या तो स्वरूप है ही नहीं गल च। बच्चे ने रोना शुरू करता। वो जिहड़ा भी सी उन्होंने डरावे वो डरी जाए, भज्जा फिरे इधर उधर करता फिरे। घरदिआं नूं सारिआं नूं वक्त पिया, वो कहंदे वो स्वरूप कित्थे गया, इत्थे इहदा स्वरूप कित्थे गया। उस वेले कहंदे इधर उधर लभ्या, वेख्या, सब कुछ झाड़िया तो वो स्वरूप कढ के उहदे गल च पाया। हुण किते सोचीए कि साडी भी हालत उही तो नहीं किते हैगी। असीं भी बाहरों फड़ के बह गए पलंग नूं, असीं फड़ के बह गए स्वरूप नूं, असीं फड़ के बह गए जोड़े नूं, असीं फड़ के बह गए वस्त्रां नूं, असीं कहने आ कि बस जी गुरु 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 गुरु। जदों बाहर तुरे फिरदे आ उदों कौन साडे नाल हुंदा है? सतगुरां दी बई जिहड़ी मौज वो जिहड़ी ये पता नहीं हुंदा, लेकिन सानूं चाहुंदे ने सिखाउणा चाहुंदे ने कि अपने बच्चों नूं जिस तरह असीं अपने बच्चों नूं कहने ना पैरां सिर स्टैंड हो जाण। माँ प्यो को किसी चीज़ की कमी है, पाल पोस के वड्डे कर देंदे ने, पैसा चाहे उन्होंने को अंतां दा पिया होवे, फिर भी कोशिश करते आ नहीं बच्चे नूं पढ़ाओ, बच्चे नूं बाहर भेजो, बच्चे नूं सारियां चीज़ों का पता लगे कि किस तरह दुनिया च रहना है। काहदे वास्ते? भाई सतगुर कोल ही ने। ये नहीं है कि सतगुर ने जो वचन फरमाए जिन्ना मान करोगे। कई बार कई गुरु ने फरमा देना वो बड़ा भजन किया गुरु ने, करन दी लोड़ नहीं,
ਅਸੀਂ ਸਾਰੇ ਹੀ ਉਹਨੂੰ ਫੜ ਕੇ ਬੈਠ ਜਾਣਾ, ਆਹ ਸੌਖਾ ਹੀ ਕੰਮ ਹੈ। ਨਹੀਂ, ਉਹਨਾਂ ਕੋਲ ਦੌਲਤ ਬੜੀ, ਸਭ ਕੁਝ ਠੀਕ ਹੈ, ਪਰ ਬਈ ਜੋ ਉਹਨਾਂ ਦਾ ਹੁਕਮ ਹੈ ਉਹਨੂੰ ਕਮਾਉਣਾ ਹੀ ਕਮਾਉਣਾ ਹੈ। ਜੇ ਅਸੀਂ ਨਹੀਂ ਕਰਦੇ ਫਿਰ ਮਨ ਦੇਖਦੇ ਹਾਂ, ਸਤਿਗੁਰਾਂ ਦੇ ਸੇਵਾਦਾਰ ਹਾਂ ਅਸੀਂ, ਇੰਨੀ ਚਿਰ ਸੰਗਤ ਕੀਤੀ ਹੈ, ਇੰਨੇ ਪ੍ਰਸ਼ਾਦ ਲਏ ਨੇ, ਪਰ ਦੇਖਿਆ ਆਪਣੇ ਅੰਦਰ ਸਾਰੇ ਅਸੀਂ ਝਾਤੀ ਮਾਰ ਕੇ ਦੇਖੀਏ, ਮਨ ਖਲੋਂਦਾ ਹੈ ਕਿਤੇ? ਹਮੇਸ਼ਾ ਡਾਵਾਂ ਡੋਲ ਰਹਿੰਦਾ ਹੈ, ਹਮੇਸ਼ਾ ਘਬਰਾਉਂਦਾ ਰਹਿੰਦਾ ਹੈ। ਜੋ ਮਰਜ਼ੀ ਇਹਨੂੰ ਮਿਲ ਜਾਂਦਾ ਹੈ, ਜੋ ਮਰਜ਼ੀ ਹੁੰਦਾ ਹੈ, ਕੰਮ ਵੀ ਸਾਰੇ ਹੋ ਗਏ, ਕੰਮ ਹੁੰਦੇ ਪਏ ਨੇ, ਫਿਰ ਵੀ ਮਨ ਟਿਕਦਾ ਨਹੀਂ। ਅਸੀਂ ਬਾਰ-ਬਾਰ ਇਹੋ ਹੀ ਬੇਨਤੀਆਂ ਕਰਦੇ ਰਹਿੰਦੇ, ਕਿਉਂਕਿ ਗੁਰੂ ਦੇ ਬਚਨ ਦੀ ਸਮਝ ਨਹੀਂ ਲੱਗੀ। ਸੌਖਾ ਕੰਮ ਤੇ ਅਸੀਂ ਝੱਟ ਲੱਭ ਲੈਂਦੇ ਹਾਂ ਕਿ ਗੁਰੂ ਨੇ ਆਹ ਕਿਹਾ, ਗੁਰੂ ਨੇ ਉਹ ਕਿਹਾ। ਠੀਕ ਹੈ, ਜੋ ਉੱਥੋਂ ਤੱਕ ਪਹੁੰਚ ਜਾਵਾਂਗੇ ਫਿਰ ਕੋਈ ਗੱਲ ਨਹੀਂ ਹੈ, ਹਜੇ ਉੱਥੋਂ ਤੱਕ ਅਸੀਂ ਪਹੁੰਚੇ ਨਹੀਂ ਹੈਗੇ। ਇਹ ਗੱਲਾਂ ਨੇ ਥੱਲੇ ਥੱਲੇ ਦੀਆਂ, ਹਜੇ ਗੁਰੂ ਗੁਰੂ ਕਰਦੇ ਤਾਂ ਪਏ ਹਾਂ, ਪਰ ਉਹਨਾਂ ਨੇ ਖੋਲ੍ਹ ਕੇ ਕਹਿਤਾ ਗੁਰੂ ਕੋ ਉੱਪਰ ਉੱਪਰ ਗਾਦਾ। ਜਿਸ ਤਰ੍ਹਾਂ ਬੱਚੇ ਵਾਂਗੂ ਝੱਟ ਹੀ ਐਂ ਫਿਰ ਮਾੜਾ ਜਿਹਾ ਕੋਈ ਜਦੋਂ ਤੱਕ ਤੇ ਐਂ ਕੋਈ ਸਭ ਕੁਝ ਠੀਕ ਠਾਕ ਚੱਲ ਰਿਹਾ, ਸਰੀਰ ਵੀ ਤੰਦਰੁਸਤ ਹੈ, ਘਰ 'ਚ ਵੀ ਐਂ ਸਭ ਕੁਛ ਲਹਿਰਾਂ ਬਹਿਰਾਂ ਨੇ, ਉਹ ਗੁਰੂ ਗੁਰੂ ਬੜਾ ਗੁਰੂ ਬੜਾ, ਇਸ ਤਰ੍ਹਾਂ ਕਰਕੇ ਮਾਣ ਕਰਦੇ ਹਾਂ। ਮਾੜੀ ਜੀ ਕੋਈ ਗੱਲ ਕਿਤੇ ਅੜ ਜਾਂਦੀ ਹੈ, ਕਿਤੇ ਥੋੜ੍ਹੀ ਦੇਰ ਕੋਈ ਉਹ ਚੀਜ਼ ਨਹੀਂ ਹੁੰਦੀ, ਮਨ ਘਬਰਾਉਣਾ ਸ਼ੁਰੂ ਕਰ ਦਿੰਦਾ, ਉਹ ਗੁਰੂ ਕਿੱਥੇ ਚਲਾ ਗਿਆ, ਗੁਰੂ ਸੁਣਦਾ ਹੀ ਨਹੀਂ ਪਿਆ, ਬੇਨਤੀਆਂ ਕਰਦੇ ਪਏ ਹਾਂ। ਫਿਰ ਵੇਖਦਾ ਹੈ ਯਾਰ ਹੋਰ ਹੀ ਕੋਈ, ਫਿਰ ਹੋਰ ਲਾਗਲੇ ਫਿਰ ਦੱਸਣੇ ਸ਼ੁਰੂ ਕਰਦੇ ਨੇ, ਕੋਈ ਆਉਂਦਾ, ਕੋਈ ਕਹਿੰਦਾ ਓਏ ਉੱਥੇ ਮੱਥਾ ਟੇਕਿਆ, ਓਏ ਉੱਥੇ ਗੁਰੂ, ਉੱਥੇ ਸੁਖਣਾ ਸੁੱਖ, ਉੱਥੇ ਪ੍ਰਸ਼ਾਦ ਚੜ੍ਹਾ ਕੇ ਆ, ਉੱਥੇ ਇਸ਼ਨਾਨ ਕਰਕੇ ਆ। ਮਨ ਫਿਰ ਡਾਵਾਂ ਡੋਲ ਹੁੰਦਾ ਹੈ, ਕਿਉਂਕਿ ਇਹਨੂੰ ਆਪਣਾ ਗੁਰੂ ਫਿਰ ਦਿਸ ਨਹੀਂ ਰਿਹਾ ਹੁੰਦਾ ਉਸ ਵੇਲੇ। ਲਹਿਰਾਂ ਬਹਿਰਾਂ ਤੇ ਹੋਣ ਤੱਕ ਹੈ ਨਾ, ਜਿਸ ਤਰ੍ਹਾਂ ਮੇਲੇ 'ਚ ਬੱਚਾ ਜਾਂਦਾ ਏ, ਲਾਈਟਾਂ ਲੱਗੀਆਂ ਨੇ, ਦੁਕਾਨਾਂ ਲੱਗੀਆਂ ਨੇ, ਰੰਗ ਬਰੰਗੀਆਂ ਮਠਿਆਈਆਂ ਉੱਥੇ ਨੇ, ਖਿਡੌਣੇ ਲੱਗੇ ਨੇ, ਬੱਚੇ ਪਿਓ ਦੀ ਉਂਗਲ ਫੜੀ ਹੈ ਉਹਨੇ, ਐਂ ਖੁਸ਼ ਹੁੰਦਾ, ਸਾਰਾ ਮੇਲਾ ਦੇਖਦਾ ਹੈ, ਬੜਾ ਖੁਸ਼ ਹੁੰਦਾ ਹੈ, ਕਿਆ ਬਾਤਾਂ ਨੇ, ਸਾਰਾ ਮੇਲਾ ਉਹਨੂੰ ਅੱਛਾ ਲੱਗਦਾ ਹੈ। ਪਰ ਕਿਤੇ ਭੁਲੇਖੇ ਨਾਲ ਕੋਈ ਧੱਕਾ ਵੱਜ ਗਿਆ ਕਿਸੇ ਤਰ੍ਹਾਂ, ਕੋਈ ਜਾਂ ਉਹਨਾਂ ਵਾਲੀ ਆਕਰਸ਼ਿਤ ਹੋ ਕੇ ਉਂਗਲ ਛੱਡ ਦਿੱਤੀ ਹੈ, ਪਿਓ ਇੱਧਰ ਉੱਧਰ ਹੋ ਗਿਆ, ਹੁਣ ਦਿਸਦਾ ਨਹੀਂ ਪਿਆ। ਮੇਲਾ ਉਹੀ ਹੁੰਦਾ ਸਾਰਾ, ਖਿਡੌਣੇ ਵੀ ਉਹ ਹੁੰਦੇ ਨੇ, ਮਠਿਆਈਆਂ ਵੀ ਉਹ ਹੁੰਦੀਆਂ ਨੇ, ਦੁਕਾਨਾਂ ਵੀ ਉਹੀ ਹੁੰਦੀਆਂ ਨੇ, ਪਰ ਮੇਲਾ ਫਿਰ ਚੰਗਾ ਨਹੀਂ ਲੱਗਦਾ। ਬੱਚਾ ਡਾਡਾ ਮਾਰਦਾ, ਰੋਂਦਾ ਉੱਚੀ ਉੱਚੀ, ਫਿਰ ਲੱਭਦਾ ਪਿਓ ਨੂੰ, ਕਿੱਥੇ ਗਿਆ ਉਹ। ਇਸ ਕਰਕੇ ਪਿਓ ਦੀ ਉਂਗਲ ਫੜਨਾ ਕੀ ਹੈ, ਪਹਿਲਾਂ ਹੀ ਪਤਾ ਚੱਲ ਜੇ। ਇਸ ਲਈ ਹਮੇਸ਼ਾ ਹੀ ਇੱਕੋ ਬੇਨਤੀ ਕਰੀ ਦੀ ਹੈ ਕਿ ਸਤਿਗੁਰਾਂ ਦੇ ਬਚਨ ਸੁਣੀਏ, ਕਮਾਈਏ। ਕਈ ਐਸੇ ਸੰਗਤ ਦੇ ਵਿੱਚ ਹੀ ਐਸੇ ਕਈ ਬੱਚੇ, ਕਈ ਐਸੇ ਪਰਿਵਾਰ ਹੈਗੇ ਨੇ ਜਿਹੜੇ ਮਨੋਮਾਇਕੀ ਆਪਣੀਆਂ ਹੀ ਗੱਲਾਂ ਕਰ ਕਰਕੇ ਬੱਚਿਆਂ ਨੂੰ ਐ ਵਿਚਾਰਿਆਂ ਨੂੰ ਨਾ ਇੱਧਰ ਦਾ ਰਹਿਣ ਦਿੱਤਾ, ਨਾ ਉੱਧਰ ਦਾ ਰਹਿਣ ਦਿੱਤਾ। ਸਤਿਗੁਰਾਂ ਨੇ ਤੇ ਫਰਮਾਇਆ ਸੀ ਗੁਰੂ ਹਮੇਸ਼ਾ ਨਾਲ ਹੈ, ਗੁਰੂ ਪਲ ਪਲ ਸੁਣਦਾ ਹੈ। ਉਹਨਾਂ ਨੇ ਕਹਿ ਤਾ, ਸਾਫ਼ ਹੀ ਕਹਿ ਤਾ, ਹੁਣ ਕੁਛ ਨਹੀਂ ਹੈਗਾ, ਕੁਛ ਨਹੀਂ ਹੈਗਾ, ਮਤਲਬ ਮਰ ਗਿਆ ਗੁਰੂ, ਤੋੜ ਦਿੱਤਾ ਫੜ ਕੇ ਉਸ ਚੀਜ਼ ਤੋਂ ਹੀ। ਬਈ ਕਿਤੇ ਵੀ ਦੇਖ ਲਈਏ, ਸਤਿਗੁਰਾਂ ਦੇ ਬਚਨਾਂ ਨੂੰ ਯਾਦ ਕਰੀਏ। ਮੈਂ ਕੱਲ੍ਹ ਵੀ ਉਹੀ ਗੱਲ ਯਾਦ ਕਰਵਾ ਰਿਹਾ ਸੀ, ਹਰਦਿਆਲ ਜੀ ਬੈਠੇ ਨੇ, ਮੈਂ ਕੱਲ੍ਹ ਵੀ ਗੱਲ ਕਰ ਰਹੀ ਸੀ ਕਿ ਇਹਨਾਂ ਨੇ ਆਪ ਹੀ ਕੋਈ ਗੱਲ ਦੱਸੀ ਇਸੇ ਤਰ੍ਹਾਂ ਕਿ ਇਸ ਤਰ੍ਹਾਂ ਇੱਕ ਵਾਰੀ ਹੋਇਆ ਕਿ ਸਤਿਗੁਰਾਂ ਨੇ ਕੋਈ ਬਚਨ ਫਰਮਾਏ, ਵੀ ਉਹ ਸਾਡਾ ਮਾਣ ਤਾਣ ਹੈ। ਜਿਹਨਾਂ ਨੇ ਫਰਮਾਇਆ ਸੀ ਕਿ ਧਿਆਨਪੁਰ ਸਾਹਿਬ ਸੰਤ ਸੰਮੇਲਨ ਹੋਏਗਾ, ਪਤਾ ਚੱਲੇਗਾ, ਅਤੇ ਬਈ ਕਿਤੇ ਕਿੰਨਾ ਨੇ ਉਹ ਕਰਨੇ, ਉਹਨਾਂ ਦੇ ਬਚਨਾਂ ਨੇ ਹੀ ਸਭ ਕੁਝ ਕਰਨਾ ਹੈ। ਲੇਕਿਨ ਡਾਵਾਂ ਡੋਲੀ ਮਨ ਦੇ ਵਿੱਚ ਸਾਡੇ ਜਿਹੜੀ ਇਹ ਚੱਲਦੀ ਰਹਿੰਦੀ ਹੈ। ਸਤਿਗੁਰਾਂ ਨੇ ਫਰਮਾਉਣਾ ਹੁਕਮ ਕੋਈ ਇਹ ਨਹੀਂ ਕੋਈ ਕੱਢ ਕੱਢ ਕੇ ਵਿਖਾਲਣ ਦੀ ਲੋੜ ਹੈ ਜਾਂ ਸਪੀਕਰਾਂ 'ਚ ਬੋਲਣ ਦੀ ਲੋੜ ਆ, ਹੁਕਮ ਮੇਰੇ ਕੋਲ, ਹੁਕਮ ਮੇਰੇ ਕੋਲ। ਮੈਂ ਫਰਮਾਉਣਾ ਕਿ ਬਈ ਜੇ ਹੁਕਮ ਆ ਤਾਂ ਉਹਨੂੰ ਐ ਮਾਰ ਕੇ ਗੰਢਾਂ 100 ਕੱਪੜੇ 'ਚ ਬੰਨ੍ਹ ਕੇ 100 ਫੁੱਟ ਟੋਆ ਕੱਢ ਕੇ ਥੱਲੇ ਦੱਬ ਦਈਏ, ਹੁਕਮ ਹੋਏਗਾ ਤੇ ਆਪੇ ਹੀ ਆਪਣੀ ਰੋਸ਼ਨਾਈ ਕਰ ਲਵੇਗਾ। ਪੰਜਮ ਪਾਤਸ਼ਾਹ ਦੇ ਬਚਨ ਮੈਨੇ ਸਾਸਾਂ ਦੇ ਵਿੱਚ ਕਈ ਵਾਰ ਫਰਮਾਏ ਕੀਤੇ, ਲੇਕਿਨ ਮਨ ਡਾਵਾਂ ਡੋਲ ਜਿਹੜਾ ਛੱਡਦਾ ਨਹੀਂ, ਪਤਾ ਨਹੀਂ ਲੱਗਦਾ। ਅਸੀਂ ਬਾਹਰਲੇ ਕਰਮਾਂ ਧਰਮਾਂ 'ਚ ਪੈ ਕੇ, ਉਹਨਾਂ ਪਖੰਡਾਂ 'ਚ ਪੈ ਕੇ ਉਹ ਕੰਮ ਕਰੀ ਜਾਂਦੇ ਹਾਂ, ਪਰ ਗੁਰੂ ਦਾ ਬਚਨ ਨਹੀਂ ਅਸੀਂ ਕਮਾਉਂਦੇ। ਹੋਰ ਕੋਈ ਜੋ ਕੁਛ ਕਹਿ ਦੇ ਉਹਨੂੰ ਸਭ ਕੁਛ ਕਰਨ ਨੂੰ ਤਿਆਰ ਹੈ। ਇਸ ਲਈ ਇੱਕੋ ਬੇਨਤੀ ਕਰੀ ਦੀ ਹੈ, ਠੀਕ ਹੈ, ਸਭ ਦਾ ਆਦਰ ਕਰਨਾ ਹੈ। ਹੁਣ ਕਹੇ ਸਭ ਕੋ ਕਰੂੰ ਪ੍ਰਣਾਮ ਜੋੜ ਕਰ, ਪਰ ਨਾ ਹੀ ਕੋਈ ਸਤਿਗੁਰੂ ਸੰਸਾਰ। ਵੱਡਿਆਂ ਦਾ, ਮਾਂ ਪਿਓ ਦਾ, ਭੈਣ ਭਰਾਵਾਂ ਦਾ, ਰਿਸ਼ਤੇਦਾਰਾਂ ਦਾ, ਵੱਡੇ ਸਤਸੰਗੀਆਂ ਦਾ, ਸਭ ਦਾ ਆਦਰ ਹੈ, ਸਭ ਨੂੰ ਨਮਸਕਾਰ ਹੈ। ਪਰ ਬਈ ਗੁਰੂ ਜਿਹਾ ਨਾ ਹੀ ਕੋਈ ਦੇਵ, ਗੁਰੂ ਵਰਗਾ ਕੋਈ ਨਹੀਂ ਹੈਗਾ।
ਅਸੀਂ ਜੋ ਵੀ ਕਰਦੇ ਹਾਂ ਆਪਣੀ ਬੁੱਧ ਨਾਲ ਕਰੀ ਜਾਂਦੇ ਹਾਂ, ਬੁੱਧ ਨਾਲ ਹੀ ਗੱਲਾਂ ਕਰੀ ਜਾਂਦੇ ਹਾਂ। ਬਈ ਗੁਰੂ ਦੀ ਗੱਲ ਕੋਈ ਲੁਕੀ ਹੈ? ਕੋਈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਦੀ ਹੀ ਸ਼ੋਭਾ ਕੀਤੀ ਹੈ, ਹਰ ਜਗ੍ਹਾ ਹੀ ਗੁਰੂ ਦਾ ਹੀ ਪ੍ਰਮਾਣ ਦਿੱਤੇ ਨੇ। ਇਸ ਲਈ ਕਹੀਦਾ ਹੈ ਕਿ ਠੀਕ ਹੈ, ਗੁਰੂ ਘਰ ਦੇ ਵਿੱਚ ਗੁਰੂ ਮਰਿਆਦਾ ਰਾਹੀਂ ਚੱਲੀਏ, ਜੋ ਵੀ ਸਤਿਗੁਰਾਂ ਦੇ ਬਚਨ ਨੇ ਉਹਦੀ ਸਮਝ ਆ ਜਾਵੇ। ਜਦੋਂ ਸਮਝ ਆ ਗਈ, ਡਾਵਾਂ ਡੋਲੀ ਖਤਮ, ਕੋਈ ਵੀ ਚੀਜ਼ ਦਾ ਨੂੰ ਘਾਟਾ ਨਹੀਂ ਕਿਸੇ ਗੱਲ ਦਾ। ਤੇ ਸਤਿਗੁਰਾਂ ਦੇ ਬਚਨ ਕਿਰਪਾ ਕਰਨ, ਦਿਆ ਕਰਨ, ਸਾਰੇ ਸਮਝ ਆਉਣ, ਸਾਡੇ ਅੰਦਰ ਐਂ ਬਿਲਕੁਲ ਗੱਡੇ ਜਾਣ, ਪਤਾ ਚੱਲੇ ਕਿ ਵੀ ਸਤਿਗੁਰਾਂ ਦੇ ਬੱਚੇ ਕਿਹਨਾਂ ਦੇ ਬੱਚੇ ਹਾਂ ਅਸੀਂ। ਸਤਿਗੁਰਾਂ ਫਰਮਾਉਣਾ ਕਿ ਬਈ ਕੰਮ ਸਭ ਉਹੀ ਅਸੀਂ ਆਪਾਂ ਵੀ ਕਰੀ ਜਾਂਦੇ ਹਾਂ, ਨਿੰਦਾ ਚੁਗਲੀ ਵੀ ਕਰੀ ਜਾਂਦੇ ਹਾਂ, ਈਰਸ਼ਾ ਵੀ ਕਰੀ ਜਾਂਦੇ ਹਾਂ, ਸਭ ਕੁਝ ਕਰੀ ਜਾਂਦੇ, ਫਿਰ ਨਾਲ ਕਹੀ ਜਾਂਦਾ ਗੁਰੂ ਦੇ ਬੱਚੇ, ਅਸੀਂ ਗੁਰੂ ਦੇ ਬੱਚੇ, ਪੂਰਨ ਗੁਰੂ ਦੇ ਬੱਚੇ। ਉਹ ਕਹਿੰਦੇ ਮੰਦਾ ਕੁੱਤਾ ਖਸਮੇ ਗਾਲ। ਜਦੋਂ ਪਾਜ ਖੁੱਲ੍ਹਦਾ ਹੈ, ਹਾਂ ਜਦੋਂ ਤੱਕ ਟੱਕਿਆ ਰਹਿੰਦਾ, ਦੁਨੀਆ ਵਾਲਿਆਂ ਨੇ ਤਾਂ ਬਾਹਰ ਦੀਆਂ ਚੀਜ਼ਾਂ ਦੇਖਣੀਆਂ ਨਾ, ਜਦੋਂ ਤੱਕ ਟੱਕਿਆ ਰਹਿੰਦਾ ਠੀਕ ਹੈ। ਜਦੋਂ ਪਾਜ ਖੁੱਲ੍ਹਦਾ ਹੈ ਫਿਰ ਲੋਕ ਸਾਨੂੰ ਤਾਂ ਗੱਲਾਂ ਕਰਦੇ ਆ, ਨਾਲ ਗੁਰੂ ਨੂੰ ਵੀ ਗੱਲਾਂ ਕਰਦੇ, ਅੱਛਾ ਜਿਹਾ ਫਲਾਣੇ ਗੁਰੂ ਦਾ ਹੈ। ਹਾਂਜੀ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ, ਉਧਰੈ ਸੋ ਕਲ ਮੈਂ। ਘਟ ਘਟ ਨਾਨਕ ਮਾਝਾ। ਰਾਧਾ ਸੁਆਮੀ ਜੀ, ਰਾਧਾ ਸੁਆਮੀ ਜੀ, ਰਾਧਾ ਸੁਆਮੀ। ਭਈ ਸਤਿਗੁਰ ਤੇ ਸਭ ਵਾਸਤੇ ਹੀ ਆਉਂਦੇ ਨੇ। ਉਹ ਕੋਈ ਵੱਖਰਾ, ਕੋਈ ਉਹਨਾਂ ਦਾ ਕੋਈ ਧਰਮ ਨਹੀਂ ਹੈ, ਕੋਈ ਵੱਖਰਾ ਰਸਤਾ ਇਹ ਨਹੀਂ ਕਰਦੇ ਕਿ ਬਈ ਇਹਨਾਂ ਵਾਸਤੇ ਆ ਜਾਂ ਉਹਨਾਂ ਵਾਸਤੇ ਆ। ਕਿਸੇ ਵੀ ਜਦੋਂ ਪੂਰਨ ਸੰਤ ਕਿਸੇ ਵੀ ਜਗ੍ਹਾ ਅਵਤਾਰ ਲੈਂਦੇ ਨੇ, ਲੇਕਿਨ ਸਾਰੇ ਹੀ ਲੁਕਾਈ ਵਾਸਤੇ ਉਹ ਸੰਦੇਸ਼ ਦਿੰਦੇ ਨੇ। ਅਸੀਂ ਆਪਣੇ ਛੋਟੀ ਛੋਟੀਆਂ ਦਿਮਾਗਾਂ, ਛੋਟੀ ਛੋਟੀ ਬੁੱਧਾਂ ਨਾਲ ਵੰਡ ਲੈਂਦੇ ਹਾਂ, ਹਰ ਜਗ੍ਹਾ 'ਤੇ ਵੰਡੀਆਂ ਪਾ ਲੈਂਦੇ ਹਾਂ। ਆਦਤ ਪਈ ਹੈ ਵੰਡੀਆਂ ਪਾਉਣ ਦੀ, ਘਰਾਂ 'ਚ ਵੀ ਵੰਡੀਆਂ ਪਾ ਲੈਂਦੇ, ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ, ਆਹ ਚੀਜ਼ ਇਹਦੀ, ਆਹ ਚੀਜ਼ ਉਹਦੀ, ਮੇਰੀ ਮੇਰੀ ਕਰਨ ਦੀ ਆਦਤ ਪਈ ਹੈ। ਜਿਸ ਤਰ੍ਹਾਂ ਘਰਾਂ 'ਚੋਂ ਕਰਦੇ ਰਹਿੰਦੇ ਹਾਂ ਕਿ ਮੇਰਾ 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 ਮੇਰਾ, ਇੱਦਾਂ ਦਾ ਗੁਰੂ ਨੂੰ ਵੀ ਅਸੀਂ ਉਸੇ ਲਪੇਟੇ 'ਚ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਦੇ ਬਚਨਾਂ ਕਹਿੰਦੇ ਤੇ ਮੇਰਾ ਗੁਰੂ, ਮੇਰਾ ਗੁਰੂ। ਉਹ ਬਈ ਸਤਿਗੁਰਾਂ ਨੇ ਫਰਮਾਇਆ ਕਿ ਏਕਸ ਪਿਤਾ ਏਕਸ ਕੇ ਹਮ ਬਾਰੇ। ਉਹ ਇੱਕ ਹੀ ਪਿਤਾ ਹੈ ਸਭ, ਕੋਈ ਵੱਖਰੇ ਵੱਖਰੇ ਨਹੀਂ ਹੈਗੇ ਕੋਈ ਵੀ। ਕਿਹਨੂੰ ਅਸੀਂ ਮਾੜਾ ਕਹਿੰਦੇ ਹਾਂ? ਕਿੱਥੇ ਉਹ ਹੈ ਉਹ ਜਿਹੜਾ ਪਰਮੇਸ਼ਵਰ ਜਾਂ ਆਪਣੇ ਗੁਰੂ ਦੀ ਗੱਲ ਕਰਦੇ ਹਾਂ ਕਿ ਕਣ ਕਣ ਦੇ ਵਿੱਚ ਮੌਜੂਦ ਹੈ, ਅਤੇ ਫਿਰ ਕਿਹਦੀ ਨਿੰਦਿਆ ਕਰਦੇ ਹਾਂ, ਕਿਹਦੀ ਚੁਗਲੀ ਕਰਦੇ ਹਾਂ, ਕਿਹਨੂੰ ਅਸੀਂ ਮਾੜਾ ਕਹਿੰਦੇ ਹਾਂ ਜੇ ਉਹ ਹਰ ਇੱਕ ਘਟ ਦੇ ਵਿੱਚ ਸਮਾਇਆ ਬੈਠਾ? ਤੇ ਨਹੀਂ, ਅਜੇ ਪਤਾ ਨਹੀਂ ਚੱਲਿਆ ਉਸ। ਐਵੇਂ ਹੀ ਈਰਖਾ ਦੇ ਵਸ ਹੋ ਕੇ ਗੱਲਾਂ ਕਰੀ ਜਾਂਦੇ ਹਾਂ, ਕਦੀ ਕਿਸੇ ਨੂੰ, ਕਦੀ ਕਿਸੇ ਨੂੰ, ਕਦੀ ਕਿਸੇ ਨੂੰ। ਜਿਹੜਾ ਕੋਈ ਗੁਰੂ ਦਾ ਬੱਚਾ ਹੈ, ਵਾਕਈ ਸਤਿਗੁਰ ਦਾ, ਉਹ ਨਹੀਂ ਕਿਸੇ ਦੀ ਗੱਲ ਕਰਦਾ। ਕੀ ਲੈਣਾ ਕਿਸੇ ਕੋਲ? ਜੋ ਲੈਣਾ ਹੈ ਆਪਣੇ ਸਤਿਗੁਰਾਂ ਕੋਲੋਂ ਲੈਣਾ ਹੈ। ਅਤੇ ਜਦੋਂ ਲੈਣਾ ਦਾਤਾ ਦਿਆਲ ਹੈ, ਉਹ ਦਿਆ ਕਰਦਾ ਪਿਆ ਹੈ, ਅਤੇ ਫਿਰ ਕਿਸੇ ਨਾਲ ਕਾਹਦੀ ਈਰਖਾ ਜਾਂ ਕਿਸੇ ਕੋਲ ਕਾਹਦਾ ਕੋਈ ਕੁਛ ਕਰਨਾ? ਅਸਲ 'ਚ ਸਾਡੀ ਇਹ ਸੋਚ ਐਡੀ ਹੁੰਦੀ ਹੈ, ਅਸੀਂ ਆਪ ਉੱਪਰ ਉੱਠਣ ਵਾਸਤੇ ਕਦੀ ਕਿਸੇ ਦੇ ਚੀਜ਼ 'ਤੇ ਪੈਰ ਰੱਖ ਕੇ ਕਦੀ ਉੱਪਰ ਉੱਠਣ ਵਾਸਤੇ ਕਰਦੇ ਹਾਂ। ਪਰ ਇਹ ਰਸਤਾ ਬਈ ਇਸ ਤਰ੍ਹਾਂ ਦਾ ਨਹੀਂ। ਮੈਂ ਕਿ ਰਾਮ ਵਧਾਵੇ ਸੋ ਵਧੇ, ਬਲ ਕਰ ਵਧੇ ਨਾ ਕੋਏ, ਸਭਨਾ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੇ ਉਹਦਾ ਲਿਖਿਆ, ਜੋ ਉਹਦਾ ਦਿੱਤਾ ਸਭ ਕੁਛ ਹੈ, ਅਤੇ ਫਿਰ ਕਾਹਦੀ ਇੰਨਾ ਟੈਨਸ਼ਨ ਫਿਕਰਾਂ ਦੀ ਲੋੜ ਹੈ? ਬਸ ਇਸ ਜ਼ੁਬਾਨ ਤੋਂ ਕੋਈ ਨਿਕਲੇ ਅਤੇ ਸਤਿਗੁਰਾਂ ਦਾ ਯਸ਼ ਨਿਕਲੇ।
फालतू ਦੀਆਂ ਗੱਲਾਂ ਬਾਤਾਂ ਕਰਕੇ ਕਰਮ ਬਣਾਉਂਦੇ ਆ, फालतू ਦੀਆਂ ਗੱਲਾਂ ਕਰਦੇ ਆ, ਪਰ ਫਿਰ ਉਹੀ ਚੀਜ਼ ਕਿ ਕਦੋਂ ਤੱਕ ਇਹ ਪਾਜ ਖੁੱਲ੍ਹ ਜਾਂਦਾ ਹੈ। ਇਸ ਲਈ ਹਮੇਸ਼ਾ ਹੀ ਸਤਿਗੁਰਾਂ ਦੇ ਬਚਨਾਂ ਨੂੰ ਧਿਆਨ 'ਚ ਰੱਖੀਏ, ਉਹਨਾਂ ਨੂੰ ਯਾਦ ਰੱਖੀਏ। ਉਹ ਕਿਸੇ ਇੱਕ ਵਾਸਤੇ ਨਹੀਂ ਹੈ। ਅਸੀਂ ਸਿੱਧਾ ਹੀ ਸੁਣ ਸਕਦੇ ਹਾਂ, ਪੜ੍ਹ ਸਕਦੇ ਹਾਂ, ਆਪ ਕਰ ਸਕਦੇ ਹਾਂ। ਸਾਨੂੰ ਕਿਸੇ ਦੀ ਲੋੜ ਹੈ ਤੇ ਇੱਕ ਗੁਰੂ ਦੀ, ਗੁਰੂ ਦੇ ਮੁਖਾਰਬਿੰਦ ਤੋਂ ਜੋ ਬਚਨ ਜਿਹੜੇ ਨੇ ਉਹ ਸੁਣ ਕੇ ਠੀਕ ਹੈ ਉਹਦੇ ਉੱਤੇ। ਬਾਕੀ ਕੀ ਪਤਾ ਕੀ ਸਤਿਗੁਰਾਂ ਨੇ ਦੇਖੋ ਕਿੰਨੇ ਮਾਣ ਨਾਲ ਬਚਨ ਫਰਮਾਏ ਹੋਣਾ ਕਿ ਬਈ ਜੋ ਸਤਿਗੁਰਾਂ ਨੇ ਬਚਨ ਫਰਮਾਏ ਨੇ, ਜੇ ਗੁਰੂ ਇੱਥੋਂ ਤੱਕ ਫਰਮਾ ਦਿੱਤਾ ਠੀਕ ਹੈ। ਕਈ ਗੱਲਾਂ ਤੋਂ ਸਾਡੇ ਮਨ 'ਚ ਕਈ ਇਸ ਤਰ੍ਹਾਂ ਖੜੇ ਹੋ ਜਾਂਦੇ ਨੇ, ਪਰ ਬਈ ਆਪਣੇ ਆਪਣੇ ਗੁਰੂ 'ਤੇ ਮਾਣ ਕਰਨਾ ਹਰ ਸਿੱਖ ਦਾ ਧਰਮ ਹੈ। ਕਿ ਗੁਰੂ ਗੋਬਿੰਦ ਦੋਊ ਖੜੇ ਕਿਸਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦਿਓ ਮਲਾਏ। ਸਾਨੂੰ ਕੀ ਪਤਾ ਗੁਰੂ ਕਿਹਨੂੰ ਕਹਿੰਦੇ ਆ, ਸਾਨੂੰ ਕੀ ਪਤਾ ਕਿ ਰਾਧਾ ਸੁਆਮੀ ਕੌਣ ਹੁੰਦਾ ਹੈ, ਵਾਹਿਗੁਰੂ ਕਿਹਨੂੰ ਕਹਿੰਦੇ ਆ, ਪਰਮੇਸ਼ਵਰ ਕਿਹਨੂੰ ਕਹਿੰਦੇ ਆ, ਅੱਲਾ ਕਿਹਨੂੰ ਕਹਿੰਦੇ ਆ। ਅਤੇ ਬਈ ਜੇ ਸਤਿਗੁਰ ਮਿਲੇ, ਉਹਨਾਂ ਨੇ ਕਿਰਪਾ ਕੀਤੀ ਤਾਂ ਕੋਈ ਸਮਝ ਲੱਗੀ, ਨਹੀਂ ਤਾਂ ਕਈ ਰੋਲਦੇ ਫਿਰਦੇ ਸਾਡੇ ਵਰਗੇ ਇਸ ਤਰ੍ਹਾਂ। ਜਦੋਂ ਦਇਆ ਕਰਦੇ ਆ ਤਾਂ ਫਿਰ ਸਮਝ ਆਉਂਦੀ ਹੈ ਕਿ ਕਿਹਦੀ ਗੱਲ ਹੋ ਰਹੀ ਹੈ। ਤੇ ਉਹਨੇ ਫਰਮਾਇਆ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨੋਂ ਕੋ ਸਾਂਝਾ। ਕਹਿੰਦੇ ਇਹ ਸਭ ਵਾਸਤੇ ਸਾਂਝਾ ਹੈ। ਅਸੀਂ ਅੱਜ ਮੱਲਾ ਮਾਰ ਕੇ ਬਹਿ ਜਾਂਦੇ ਹਾਂ, ਕਹਿੰਦੇ ਨਹੀਂ ਵਾਹ ਦੀ ਆਹ ਗ੍ਰੰਥ ਸਾਡਾ ਵਾ, ਆਹ ਫਲਾਣਾ ਇਹ ਉਹਨਾਂ ਦਾ ਵਾ, ਇਹ ਉਹਦਾ ਵਾ, ਇਹ ਉਹਦਾ ਵਾ, ਪਰ ਉਹਨਾਂ ਦੇ ਬਚਨ ਤੇ ਕੁਛ ਹੋਰ ਕਹਿ ਰਹੇ ਨੇ। ਉਹਨਾਂ ਨੇ ਤਾਂ ਕਿਹਾ ਕਿ ਕੁਛ ਵੀ ਵੰਡਿਆ ਨਹੀਂ ਮੈਂ ਕਿਸੇ ਵਾਸਤੇ ਵੀ, ਸਾਰਿਆਂ ਦਾ ਹੀ ਹੱਕ ਹੈ ਉਸ ਪਰਮੇਸ਼ਵਰ। ਅਸ ਇੱਕੋ ਹੀ ਪਿਤਾ ਹੈ। ਇਹ ਸਤਿਗੁਰਾਂ ਦੀ ਵਡਿਆਈ ਹੈ। ਹਜੇ ਕਈ ਜਗ੍ਹਾ 'ਤੇ ਇਹ ਕਈ ਧਰਮਾਂ ਦੇ ਵਿੱਚ ਵੀ ਇਹ ਜਿਹੜੀ ਚੀਜ਼ ਪਾਈ ਗਈ ਹੈ ਕਿ ਨਹੀਂ ਸਿਰਫ ਆਪਣੀ ਹੀ ਉੱਤੇ ਮੋਹਰ ਕਿ ਨਹੀਂ ਸਾਡਾ ਆ ਚੀਜ਼, ਪਰ ਨਹੀਂ ਉਹ ਸਤਿਗੁਰ ਪੂਰਨ ਸੰਤ ਸਤਿਗੁਰੂ ਜਿਹੜੇ ਆ ਉਹ ਕੋਈ ਵੰਡੀਆਂ ਨਹੀਂ ਪਾਉਂਦੇ ਇੱਥੇ। ਉਹਨਾਂ ਨੇ ਸਾਂਝਾ ਉਪਦੇਸ਼ ਕਰਨਾ ਕਿ ਸਾਰਿਆਂ ਨੂੰ ਹੀ ਉਪਦੇਸ਼ ਸਾਂਝਾ ਹੈ। ਕੋਈ ਮੰਨ ਲਵੇ, ਕੋਈ ਹਿੰਦੂ ਹੋ ਕੇ ਮੰਨ ਲਵੇ, ਕੋਈ ਸਿੱਖ ਹੋ ਕੇ ਮੰਨ ਲਵੇ, ਕੋਈ ਮੁਸਲਿਮ ਹੋ ਕੇ ਮੰਨ ਲਵੇ, ਖੱਤਰੀ ਹੋ ਕੇ ਮੰਨ ਲਵੇ, ਕੁਝ ਵੀ ਹੋ ਕੇ ਮੰਨ ਲਏ। ਜਿਹੜਾ ਮੰਨ ਲਏਗਾ ਉਹ ਪਾਰ ਹੋ ਜਾਏਗਾ, ਜਿਹੜਾ ਨਹੀਂ ਮੰਨੇਗਾ ਉਹ ਭਾਵੇਂ ਕੋਈ ਵੀ ਹੋਵੇ। ਹੁਣ ਘਰ ਦੇ ਵਿੱਚ ਡਾਕਟਰ ਹੋਵੇ, ਬੜਾ ਕੋਈ ਸਿਆਣਾ ਡਾਕਟਰ ਹੋਵੇ, MD ਡਾਕਟਰ ਹੋਵੇ, ਸਾਰੇ ਉਹਦੀ ਮੰਨਣ, ਬਾਹਰੋਂ ਲੋਕ ਮੰਨ ਕੇ ਦਵਾਈ ਖਾ ਕੇ ਤੇ ਉਹ ਠੀਕ ਹੁੰਦੇ ਜਾਣ, ਤੇ ਘਰ ਦੇ ਨਾ ਮੰਨਣ ਮੰਨ ਲਓ ਉਹਦੇ, ਤੇ ਕੀ ਉਹ ਨਾ ਮੰਨਣਗੇ ਤਾਂ ਦਵਾਈ ਉਹ ਠੀਕ ਹੋ ਜਾਣਗੇ। ਇਸੇ ਤਰ੍ਹਾਂ ਜੇ ਧਰਮ ਦੀ ਗੱਲ ਕੀਤੀ ਹੈ ਕਿ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਆਹ ਧਰਮ, ਅਸੀਂ ਆਹ ਚੀਜ਼ ਵੀ ਸਤਿਗੁਰ ਇੱਥੇ ਕੋਈ ਧਰਮਾਂ ਨਹੀਂ, ਕੋਈ ਸਤਿਗੁਰਾਂ ਨੇ ਫਰਮਾਉਣਾ ਕਿ ਕੋਈ ਐਸੇ ਉਹ ਸਾਡੇ ਧਰਮ ਪਰਿਵਰਤਨ ਕਰਨ ਵਾਸਤੇ ਨਹੀਂ ਆਉਂਦੇ ਹੈਗੇ। ਸਾਨੂੰ ਉਹ ਜਿਹੜਾ ਸਾਂਝਾ ਜਿਹੜਾ ਇੱਕ ਮੈਸੇਜ ਉਹ ਦਿੰਦੇ ਨੇ, ਉਹਨੂੰ ਮੰਨ ਕੇ ਕਿਤੇ ਵੀ ਅਸੀਂ ਹੋਈਏ ਉਹਦੇ ਵਿੱਚ ਅਸੀਂ ਆਪਣੇ ਪਕਿਆਈ ਕਰਕੇ ਉਹਨੂੰ ਸਮਝ ਕੇ ਅਸੀਂ ਅੱਗੇ ਨਿਕਲ ਜਾਣਾ ਹੈ। ਲੜਾਈਆਂ ਝਗੜੇ ਨਹੀਂ ਪੈਦਾ ਕਰਦੇ। ਅਸੀਂ ਦੇਖਦੇ ਹਾਂ ਸੰਗਤ ਦੇ ਵਿੱਚ ਸਾਰੇ ਹੀ ਬੱਚੇ ਕਈ ਬਾਹਰ ਜਾਂਦੇ ਦੇਖਦੇ ਨੇ ਕਿ ਹਰ ਕੋਈ, ਸਾਰੇ ਹੀ ਹਿੰਦੂ, ਸਿੱਖ, ਮੁਸਲਿਮ, ਈਸਾਈ ਸਭ ਵਿੱਚ ਗੁਰਮਾਈ ਦੇ ਸੰਗਤ ਦੇ ਵਿੱਚ ਬੈਠ ਕੇ, ਕਿਉਂਕਿ ਉਹਨਾਂ ਨੂੰ ਉਹ ਚੀਜ਼ ਮਿਲਦੀ ਉੱਥੋਂ। ਕਿਸੇ ਨੂੰ ਕੋਈ ਇਹ ਨਹੀਂ ਕੋਈ ਤੋੜਿਆ ਜਾਂਦਾ ਤਾਂ ਕਿਤੇ ਜਾਂ ਕਿਤੇ ਹੋਰ ਥਾਂ 'ਤੇ ਕੋਈ ਕੀਤਾ ਜਾਂਦਾ ਹੈ। ਪਕਿਆਈ ਆਪਣੇ ਆਪਣੇ ਉਸ ਰਸਤੇ ਦੇ ਉੱਤੇ ਕਿ ਅਸੀਂ ਸਮਝ ਕੇ ਚੱਲੀਏ ਬਸ। ਇਸ ਲਈ ਫਰਮਾਇਆ ਹੈ ਕਿ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਜਿਹੜਾ ਸਤਿਗੁਰ ਸਾਨੂੰ ਨਾਮ ਫਰਮਾਉਂਦੇ ਨੇ, ਜੋ ਸਤਿਗੁਰ ਸਾਨੂੰ ਦੱਸਦੇ ਨੇ ਜਪਣ ਵਾਸਤੇ, ਜੋ ਗੁਰਮੁਖਾਂ ਕੋਲੋਂ ਸਾਨੂੰ ਵਚਨ ਸੁਣਨ ਨੂੰ ਮਿਲੇ ਨੇ, ਅਸੀਂ ਉਹਨਾਂ ਨੂੰ ਜਪਣਾ, ਉਹਨਾਂ 'ਤੇ ਪੱਕਿਆ ਹੋਣਾ। ਜੋ ਵੀ ਸਿਰਫ ਹੁਣੇ ਗੱਲ ਕੀਤੀ ਸੀ ਕਿ ਜੋ ਵੀ ਉਹ ਵਚਨ ਲਗਾ ਦਿੰਦੇ ਨੇ ਉਹ ਉਹਦੇ ਸਿੱਖ ਵਾਸਤੇ ਪੂਰਾ ਹੀ ਪੂਰਾ ਹੈ। ਉਹਦੇ ਉੱਤੇ ਪੱਕੇ ਰਹੀਏ। ਸਿਰਫ ਉਹਨਾਂ ਦਾ ਹੀ ਨਾਮ, ਜਿਹੜਾ ਸੱਚਾ ਨਾਮ ਜੋ ਆ, ਉਹਨੂੰ ਹੀ ਉਹਦੇ ਮੰਨ ਕੇ, ਉਹਨੂੰ ਜਪ ਕੇ, ਉਹਦੇ ਉੱਤੇ ਚੱਲ ਕੇ, ਉਹਨਾਂ ਦੇ ਵਚਨਾਂ ਦੇ ਉੱਤੇ, ਫਿਰ ਹੀ ਅਸੀਂ ਇਸ ਭਵ ਸਾਗਰ ਤੋਂ ਤਰ ਸਕਦੇ ਹਾਂ। ਇਸ ਕਲਯੁਗ ਦੇ ਵਿੱਚ ਉਹਨਾਂ ਦਾ ਨਾਮ ਹੀ ਸਾਰਾ ਹੈ। ਉਸ ਤੋਂ ਇਲਾਵਾ ਹੋਰ ਕੋਈ ਬਾਹਰ ਲੈ ਜਿਸ ਨੂੰ ਕਹਿੰਦਾ ਵੀ ਕਰਮ ਧਰਮ ਪਖੰਡ ਜੋ ਦਿਸੇ, ਕਲਯੁਗ ਮੇਂ ਕੀਰਤਨ ਪ੍ਰਧਾਨਾ। ਜਿਹੜੀ ਸਤਿਗੁਰਾਂ ਨੇ ਦੱਸਿਆ ਜਿਸ ਕੀਰਤਨ ਦੀ ਗੱਲ, ਜਿਹੜਾ ਹਮੇਸ਼ਾ ਇਸ ਘਟ ਦੇ ਵਿੱਚ ਹੋ ਰਿਹਾ ਹੈ, ਜਿਹੜਾ ਅੱਖਾਂ ਦੇ ਪਿੱਛੇ ਜਿਹੜੇ ਅਨਹਦ ਸ਼ਬਦ ਜਿਹੜਾ ਚੱਲ ਰਿਹਾ, ਜਿਹੜਾ ਕੀਰਤਨ ਉਹ ਹਮੇਸ਼ਾ ਜਿਹੜਾ ਚੱਲਦਾ ਰਹਿੰਦਾ ਹੈ, ਉਹ ਜਿਹੜੀ ਧੁਨ ਬਾਣੀ, ਜਿਹਦੇ ਬਾਬਤ ਸਤਿਗੁਰਾਂ ਨੇ ਫਰਮਾਇਆ ਕਿ ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਜਿਹੜੀ ਅੰਦਰ ਧੁਨਕਾਰਾਂ ਦੇ ਰਹੀ ਹੈ, ਉਹਦੇ ਬਾਰੇ ਉਹਦਾ
ਵਿੱਚ ਦੱਸਿਆ ਹੈ ਕਿ ਜਦੋਂ ਅਸੀਂ ਉਹਦੇ ਨਾਲ ਮੇਲ ਹੋ ਗਿਆ ਤੇ ਫਿਰ ਬਈ ਸਾਰੇ ਹੀ ਪਵਾੜੇ ਖਤਮ, ਸਭ ਕੁਝ ਇਹਨੂੰ ਮਿਲ ਜਾਏਗਾ। ਔਰ ਉਸ ਗੁਰੂ ਤੋਂ ਬਗੈਰ ਨਹੀਂ ਗੱਲ ਬਣਦੀ। ਗੁਰੂ ਤੋਂ ਬਗੈਰ ਨਹੀਂ ਅਸੀਂ ਕਹੀਏ ਕਿ ਕੋਈ ਕਿਤਾਬਾਂ ਪੜ੍ਹ ਕੇ ਜਾਂ ਕੋਈ ਬਾਹਰ ਦੇ ਕੋਈ ਯਤਨ ਨਾਲ ਜਾਂ ਐਵੇਂ ਇੱਧਰ ਉੱਧਰ ਦਾ ਗਿਆਨ ਨਹੀਂ, ਆਪਣੇ ਆਪ ਨੂੰ ਚੈੱਕ ਕਰਦੇ ਰਹੀਏ। ਹਾਂ, ਕਰਨ ਦੀ ਸਭ ਨੂੰ ਛੂਟ ਹੈ, ਹਰ ਕਰਮ ਕਰਨ ਦੀ ਛੂਟ ਹੈ ਸਾਨੂੰ। ਸਾਡੇ ਕੋਲ ਟਾਈਮ ਹੈ, ਜਿਸ ਤਰ੍ਹਾਂ ਅਸੀਂ ਪੜ੍ਹਾਈ ਕਰਦੇ ਹਾਂ, ਕੋਈ ਦੁਕਾਨਦਾਰੀ ਕਰਦੇ ਹਾਂ, ਕੋਈ ਕਹਿੰਦਾ ਕਿ ਬਈ ਮੈਂ ਤਾਂ ਆਹ ਕੰਮ ਕਰਨਾ, ਕੋਈ ਉਹਨੂੰ ਸਿਆਣਾ ਕਹਿੰਦਾ ਕਿ ਨਹੀਂ ਇਹਦੀ ਅੱਜ ਕੱਲ੍ਹ ਨਹੀਂ ਹੈਗੀ, ਤੂੰ ਆਹ ਕੰਮ ਕਰ, ਉਹ ਕਹਿੰਦਾ ਨਹੀਂ ਮੈਂ ਤਾਂ ਇਹੋ ਹੀ ਕਰਨਾ ਹੈ, ਅਤੇ ਬਈ ਉਹਨੂੰ ਕੋਈ ਡੱਕ ਥੋੜ੍ਹਾ ਸਕਦਾ, ਕਰੇ। ਪਰ ਨਾਲ ਹਿਸਾਬ 'ਤੇ ਲਾਵੇ ਕੋਈ ਟਾਈਮ ਕਿੰਨਾ ਹੈ, ਸਾਲ ਕਰਕੇ ਵੇਖ ਲੈ, 2 ਸਾਲ ਕਰਕੇ ਵੇਖ ਲੈ, 10 ਸਾਲ ਕਰਕੇ ਵੇਖ ਲੈ, ਟਾਈਮ ਦੇ ਮੁਤਾਬਕ ਜਿੰਨਾ ਜਿੰਨਾ ਉਹਦੇ ਕੋਲ ਟਾਈਮ ਹੈਗਾ। ਜੇ ਤਾਂ ਉਹਦੇ ਨਾਲ ਉਹਨੂੰ ਫਾਇਦਾ ਹੈ ਤਾਂ ਬਈ ਕੋਈ ਰੋਕਣ ਵਾਲਾ ਜੰਮਿਆ, ਫਿਰ ਕਰੇ। ਜੇ ਫਾਇਦਾ ਹੋ ਰਿਹਾ ਤਾਂ ਫਿਰ ਕੌਣ ਡੱਕੇਗਾ। ਪਰ ਜੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਸਾਨੂੰ ਕੋਈ ਫਾਇਦਾ ਹੀ ਨਹੀਂ ਹੋ ਰਿਹਾ, ਅਤੇ ਫਿਰ ਥੋੜ੍ਹਾ ਜਿਹਾ ਧਿਆਨ ਦਈਏ ਅਤੇ ਫਿਰ ਸਤਿਗੁਰਾਂ ਦੇ ਬਚਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਕਿਤੇ ਐਵੇਂ ਤਾਂ ਨਹੀਂ ਕਿਤੇ ਅਸੀਂ ਮਨ ਵਡਿਆਈ ਚਾ ਕੇ ਕਿਤੇ ਗਲਤ ਕਦਮ ਪੁੱਟ ਲਿਆ ਅਤੇ ਬਸ ਹੁਣ ਹਉਮੈ 'ਚ ਤੁਰੇ ਫਿਰਦੇ ਆ ਕਿ ਨਾ ਜੀ ਨਾ, ਅਸੀਂ ਨਹੀਂ ਹੁਣ ਪਿਛਾਂਹ ਹਟਣਾ। ਨਹੀਂ, ਇਸ ਤਰ੍ਹਾਂ ਦਾ ਸੂਰਮਾ ਉਹੀ ਹੈ ਕਿ ਜਿਹੜਾ ਠੀਕ ਹੈ, ਜਿਹਨੂੰ ਪਤਾ ਲੱਗ ਗਿਆ ਜੇ ਕਿ ਜੇ ਮੈਂ ਕੋਈ ਗਲਤ, ਅਸਲੀ ਸੂਰਮਾ ਜਿਹੜਾ ਉਹੀ ਜਿਹੜਾ ਮਨ ਨੂੰ ਵਸ 'ਚ ਕਰਦਾ ਹੈ। ਜੇ ਕਿਤੇ ਗਲਤ ਕਰਮ ਹੋ ਗਿਆ ਹੈ, ਗਲਤ ਕਦਮ ਪੁੱਟਿਆ ਗਿਆ ਕਿਸੇ ਪਾਸੇ, ਅਤੇ ਐਵੇਂ ਮਾਣ ਵਡਿਆਈ ਵਾਸਤੇ ਨੇ ਕਿ ਨਾ ਨਾ ਹੁਣ ਮੈਂ ਨਹੀਂ, ਮੈਂ ਜੋ ਕਰਤਾ ਮੈਂ ਨਹੀਂ ਪਿਛਾਂਹ ਹਟਦਾ ਹੁੰਦਾ, ਫੋਕੇ ਮਨ 'ਚ ਨਾ ਰਵੇ। ਜੇ ਪਤਾ ਹੈ ਲੱਗ ਗਿਆ ਕਿ ਮੈਂ ਗਲਤ ਕੋਈ ਕਦਮ ਪੁੱਟ ਲਿਆ ਹੈ, ਅਤੇ ਫਿਰ ਐਂ ਸੂਰਮੇ ਵਾਂਗੂ ਆਪਣੇ ਮਨ ਨੂੰ ਕੱਸ ਕੇ ਆਪਣੇ ਸਹੀ ਰਸਤੇ 'ਤੇ ਲੈ ਕੇ ਆਓ। ਸਤਿਗੁਰ ਦਇਆ ਕਿਰਪਾ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ, ਆਪਣੇ ਬਚਨਾਂ 'ਤੇ ਚੱਲਣ ਦਾ ਬਲ ਬਖਸ਼ਣ, ਕਿਉਂਕਿ ਇਹ ਭੁੱਲਣਾ ਦਾ ਦੇਸ਼ ਹੈ। ਸਤਿਗੁਰਾਂ ਨੇ ਕਈ ਵਾਰ ਬਚਨ ਫਰਮਾਇਆ ਕਿ ਤਿਲਕਣ ਬਾਜੀਏ, ਪਤਾ ਨਹੀਂ ਪੈਰ ਤਿਲਕਿਆ ਕਿੱਥੇ ਦਾ ਕਿੱਥੇ ਜਾ ਪੈਂਦੇ ਆ। ਅਤੇ ਟਾਈਮ ਜਿਹੜਾ ਆ ਬਹੁਤ ਕੀਮਤੀ ਹਰ ਇੱਕ ਦਾ ਹੁੰਦਾ ਹੈ, ਬਹੁਤ ਭਾਗਾਂ ਨਾਲ ਹੀ ਸਮਾਂ ਮਿਲਦਾ ਹੈ। ਅਤੇ ਸਤਿਗੁਰ ਕਿਰਪਾ ਕਰਨ, ਜਿਸ ਤਰ੍ਹਾਂ ਫਰਮਾਇਆ ਕਿ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਜਨਮ ਜਿਹੜਾ ਆ ਸਤਿਗੁਰੂ ਜੀ ਆਪਣੇ ਲੇਖੇ ਲਵਾ ਲਓ। ਕਦੀ ਧੀਆਂ ਪੁੱਤਰਾਂ ਦੇ ਲੇਖੇ ਲੱਗ ਗਿਆ, ਕਦੀ ਮਾਇਆ ਦੇ ਲੇਖੇ ਲੱਗ ਗਿਆ, ਕਦੀ ਮਾਣ ਵਡਿਆਈਆਂ ਦੇ ਲੇਖੇ ਲੱਗ ਗਿਆ। ਬਈ ਕਿਰਪਾ ਕਰਨ ਸਤਿਗੁਰੂ ਕਿ ਆਪਣੇ ਚਰਨਾਂ 'ਚ ਇਹਨੂੰ ਲਾ ਲੈਣ, ਆਪਣੇ ਲੇਖੇ ਲਾ ਲੈਣ, ਕਿਉਂਕਿ ਉੱਥੇ ਹੀ ਇਹ ਸਾਰੇ ਹਿਸਾਬ ਕਿਤਾਬ ਖਤਮ ਹੋਣੇ ਨੇ। ਹੋਰ ਕੋਈ ਦੁਨੀਆ 'ਚ ਕੋਈ ਐਸਾ ਨਹੀਂ ਹੈ ਲੇਖਾ ਮੁਕਾਉਣ ਵਾਲਾ, ਇਹ ਸਿਰਫ ਉਹਨਾਂ ਦੀ ਹੀ ਕਿਰਪਾ ਦੇ ਨਾਲ ਹੀ ਹੋਣਾ ਹੈ। ਇਸ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਹੈ, ਆਪਣੇ ਭੰਡਾਰੇ 'ਤੇ ਸਾਰਿਆਂ ਦੇ ਸੰਗਤਾਂ ਦੀਆਂ ਝੋਲੀਆਂ ਆਪਣੇ ਪਿਆਰ ਭਰੋਸੇ ਨਾਲ ਭਰ ਦੇਣ ਕਿ ਕੋਈ ਵੀ ਉਸ ਚੀਜ਼ ਤੋਂ ਵਾਂਝਾ ਨਾ ਰਹੇ। ਸਤਿਗੁਰ ਦਇਆ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ। ਜਿਹੜੇ ਪਹੁੰਚੇ ਨੇ ਇੱਥੇ ਬੈਠੇ ਹਾਂ ਅਸੀਂ, ਉਹਨਾਂ ਦੀਆਂ ਵੀ, ਜਿਹੜੇ ਆਪਣੇ ਕੋਈ ਮਜਬੂਰੀਆਂ ਕਰਕੇ ਘਰਾਂ 'ਚੋਂ ਨਹੀਂ ਆ ਸਕੇ, ਜਾਂ ਕੋਈ ਦੇਸ਼ਾਂ ਵਿਦੇਸ਼ਾਂ 'ਚ ਵੀ ਜਿਸ ਤਰ੍ਹਾਂ ਕੱਲ੍ਹ ਦੱਸਿਆ ਸੀ ਸਤਿਗੁਰਾਂ ਦੇ ਭੰਡਾਰੇ ਉੱਥੇ ਵੀ ਮਨਾ ਰਹੇ ਨੇ ਬੱਚੇ, ਉਹਨਾਂ ਦੀਆਂ ਵੀ ਹਾਜ਼ਰੀਆਂ ਮਨਜ਼ੂਰ ਕਰਨ। ਉਹਨਾਂ 'ਤੇ ਵੀ ਦਇਆ ਕਿਰਪਾ ਦਾ ਪ੍ਰਸ਼ਾਦ ਉਹਨਾਂ ਨੂੰ ਵੀ ਬਖਸ਼ਣ, ਆਪਣਾ ਭਾਵ ਭਰੋਸਾ ਬਖਸ਼ਣ। ਰਾਧਾ ਸੁਆਮੀ ਜੀ, ਰਾਧਾ ਸੁਆਮੀ।